ਹੋਵੇ ਤਾਂ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ। ਬਾਬਾ ਫਰੀਦ ਸਾਹਿਬ ਜੀ ਤਾਂ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਜੇ ਸੰਸਾਰੀ ਚਿੱਕੜ ਸਰੀਰ ਨੂੰ ਲੱਗਦਾ ਹੈ ਤਾਂ ਵੀ ਗੁਰੂ ਦੇ ਦਰਸ਼ਨ ਕਰਨ ਜਾਣੇ ਨੇ, ਤੇ ਜੇ ਕਿਤੇ ਸਾਡੀ ਆਤਮਾ ਨੂੰ ਕੋਈ ਠੇਸ ਪਹੁੰਚਦੀ ਹੈ, ਆਤਮਾ ਤੋਂ ਭਾਵ ਕਿ ਜਿਵੇਂ ਕੋਈ ਸਾਨੂੰ ਤਾਨਾ ਹੀ ਮਾਰਦਾ ਹੋਵੇ, ਕੋਈ ਸਾਨੂੰ ਬੁਰਾ ਭਲਾ ਆਖਦਾ ਹੋਵੇ, ਤਾਂ ਵੀ ਗੁਰੂ ਦਾ ਲੜ ਨਹੀਂ ਛੱਡਣਾ ਚਾਹੀਦਾ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਕਹਿੰਦੇ ਗਲੀ ਦੇ ਵਿੱਚ ਬਹੁਤ ਜ਼ਿਆਦਾ ਚਿੱਕੜ ਹੈ ਤੇ ਘਰ ਜਿਹੜਾ ਹੈ ਰੱਬ ਦਾ ਉਹ ਦੂਰ ਹੈ। ਚਿੱਕੜ ਉਹ ਹੈ ਜਿਵੇਂ ਗੁਰਬਾਣੀ ਦੇ ਵਿੱਚ ਕਹਿੰਦੇ ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਸਾਡਾ ਨਿਵਾਸ ਹੋਇਆ ਪਿਆ ਹੈ, ਤੇ ਕਹਿੰਦੇ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪੱਗ ਨਹੀਂ ਚਾਲੈ। ਮੋਹ ਦੇ ਚਿੱਕੜ ਦੇ ਵਿੱਚ ਪਏ ਹੋਏ ਬੰਦੇ ਦੇ, ਫਸੇ ਹੋਏ ਬੰਦੇ ਦੇ ਪੈਰ ਨਹੀਂ ਚੱਲਦੇ। ਹਮ ਦੇਖਾ ਤਾਹ ਡੂਬੀ ਆਲੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਦੇਖਿਆ ਅਨੇਕਾਂ ਲੋਕ ਡੁੱਬ ਗਏ ਇਸ ਮੋਹ ਦੇ ਚਿੱਕੜ ਦੇ ਵਿੱਚ ਪੈ ਕੇ। ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਰੱਬ ਦੇ ਨਾਲ ਬਹੁਤ ਨੇਹ ਹੈ, ਪਿਆਰ ਹੈ। ਚੱਲਾਂ ਤਾਂ ਭਿੱਜੇ ਕੰਬਲੀ, ਕਹਿੰਦੇ ਜੇ ਮੈਂ ਚੱਲਦਾ ਏ ਸੋ ਕਹਿੰਦੇ ਇਹ ਜਿਹੜੀ ਕੰਬਲੀ ਹੈ ਜਿਹੜੀ ਮੈਂ ਆਪਣੇ ਸਰੀਰ ਦੇ ਉੱਪਰ ਓੜੀ ਹੋਈ ਹੈ, ਲਈ ਹੋਈ ਹੈ, ਉਹ ਭਿੱਜਦੀ ਹੈ। ਰਾਹਾਂ ਤਾਂ ਟੁੱਟੇ ਨੇ, ਜੇ ਮੈਂ ਰਹਿੰਦਾ ਹਾਂ ਤੇ ਨੇ ਟੁੱਟਦਾ ਹੈ। ਅਕਾਲ ਪੁਰਖ ਪਰਮਾਤਮਾ ਦੇ ਨਾਲੋਂ ਪ੍ਰੀਤ ਜਿਹੜੀ ਉਹ ਫਿੱਕੀ ਪੈਂਦੀ ਹੈ। ਇਸ ਕਰਕੇ ਮੈਂ ਵਾਹਿਗੁਰੂ ਦੇ ਦਰਸ਼ਨ ਕਰਦਾ ਹਾਂ। ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੇ ਮੈਂ, ਕਹਿੰਦੇ ਭਿੱਜਦੀ ਹੈ ਕੰਬਲੀ ਤਾਂ ਭਿੱਜ ਜਾਵੇ। ਸਰੀਰ ਨੂੰ ਲੋਕ ਬੁਰਾ ਆਖਦੇ ਨੇ, ਆਖੀ ਜਾਣ, ਲੋਕ ਮੈਨੂੰ ਬੁਰਾ ਬੋਲਦੇ ਨੇ, ਆਖੀ ਜਾਣ, ਪਰ ਇਹ ਵੀ ਤਾਂ ਰੱਬ ਦੇ ਬੰਦੇ ਨੇ, ਇਹ ਵੀ ਤਾਂ ਅਕਾਲ ਪੁਰਖ ਪਰਮਾਤਮਾ ਜੀ ਦੇ ਹੀ ਬੰਦੇ ਨੇ ਨਾ, ਕਿ ਜਿਹੜਾ ਮੈਨੂੰ ਬੁਰਾ ਬੋਲਦੇ ਨੇ, ਬੁਰਾ ਆਖਦੇ ਨੇ, ਮੈਂ ਇਹਨਾਂ ਵੱਲ ਧਿਆਨ ਨਹੀਂ ਦੇਣਾ। ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਮੇ ਜਾਏ ਮਿਲਾਂ ਤਿਨ ਸੱਜਣਾ। ਮੈਂ ਆਪਣੇ ਗੁਰੂ ਨੂੰ, ਆਪਣੇ ਪਰਮਾਤਮਾ ਨੂੰ ਮਿਲ ਲਵਾਂ। ਟੁੱਟੋ ਨਾਹੀ ਨੇ, ਸੋ ਮੇਰਾ ਜਿਹੜਾ ਨੇਹ ਹੈ, ਮੇਰੀ ਜਿਹੜੀ ਪ੍ਰੀਤ ਹੈ ਉਹ ਟੁੱਟੇਗੀ ਨਹੀਂ। ਅੱਜ ਦਾ ਜੋ ਆਪਾਂ ਸ਼ਬਦ ਵਿਚਾਰਨਾ ਹੈ ਉਸੇ ਦੇ ਵਿੱਚ ਵੀ ਇਸ ਸ਼ਬਦ ਦੇ ਵਿੱਚ ਇਹੀ ਗੱਲ ਸਮਝਾਈ ਗਈ ਹੈ ਸਾਨੂੰ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ ਹੈ ਸੁਖਮਨੀ ਸਾਹਿਬ। ਔਰ ਸਭ ਤੋਂ ਵੱਧ ਜੇ ਅੱਜ ਸੁਖਮਨੀ ਸਾਹਿਬ ਜੀ ਦਾ ਪਾਠ ਆਪਾਂ ਕਰਦੇ ਹਾਂ, ਵਡਭਾਗੇ ਨੇ ਜਿਹੜੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਦੇ ਨੇ। ਜੋ ਵੀ ਅਸੀਂ ਬਾਣੀ ਪੜ੍ਹਦੇ ਹਾਂ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹੈ, ਪਰ ਜਿਹੜਾ ਸੁਖਮਨੀ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹ ਸਭ ਤੋਂ ਵੱਧ ਪੜ੍ਹਨ ਵਾਲੀ ਬਾਣੀ ਹੈ, ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਹੈ। ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਇਹ ਜਿਹੜੀ 7ਵੀਂ ਅਸ਼ਟਪਦੀ ਹੈ ਉਹਦਾ ਤੀਜਾ ਬੰਦ ਹੈ। ਇਸ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਗ ਦੁਸ਼ਮਣ ਸਭ ਮੀਤ। ਸਾਧ ਸੰਗਤ ਦੇ ਵਿੱਚ ਆਉਣ ਕਰਕੇ, ਸਾਧੂਆਂ ਦਾ ਸੰਗ ਕਰਨ ਕਰਕੇ, ਤੇ ਜਿਹੜੇ ਸਾਧੂ ਹੁੰਦੇ ਨੇ ਉਹ ਕਿਸੇ ਦਾ ਬੁਰਾ ਨਹੀਂ ਚਿਤਵਦੇ, ਉਹ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦੇ ਨੇ। ਬੰਦਾ ਸਾਧੂ ਹੋਣਾ ਚਾਹੀਦਾ ਹੈ, ਜੇ ਸਾਧੂ ਨਹੀਂ ਹੋਏਗਾ ਤਾਂ ਉਹ ਸਰਬੱਤ ਦਾ ਭਲਾ ਨਹੀਂ ਮੰਗ ਸਕਦਾ। ਇਸ ਕਰਕੇ ਸਾਧੂ ਹੋਣਾ ਬਹੁਤ ਜ਼ਿਆਦਾ ਔਖਾ ਹੈ। ਕਿੰਨਾ ਕੁ ਜ਼ਿਆਦਾ ਔਖਾ ਹੈ? ਇੰਨਾ ਜ਼ਿਆਦਾ ਔਖਾ ਹੈ ਕਿ ਜੇ ਕੋਈ ਇਨਸਾਨ ਸਾਨੂੰ ਕੁਝ ਬੁਰੇ ਬਚਨ ਬੋਲ ਦੇਵੇ ਤਾਂ ਸਾਨੂੰ ਉਸ ਨੂੰ ਜਰਨਾ ਪੈਣਾ ਹੈ, ਉਸ ਨੂੰ ਜਰਨਾ ਪਵੇਗਾ। ਔਰ ਤੁਸੀਂ ਵੇਖੋ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ, ਕਿਉਂਕਿ ਅਸੀਂ ਗੁਰੂਆਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਹੈ, ਤੇ ਜਿਵੇਂ ਉਹਨਾਂ ਨੇ ਆਪਣੇ ਜੀਵਨ ਨੂੰ ਹੰਢਾਇਆ ਹੈ, ਜਿਵੇਂ ਉਹਨਾਂ ਨੇ ਆਪਣੇ ਉੱਪਰ ਅਜਰ ਨੂੰ ਜਰ ਕੇ ਇਸ ਸੰਸਾਰ ਦਾ ਭਲਾ ਕੀਤਾ ਹੈ, ਸਾਨੂੰ ਵੀ ਉਵੇਂ ਦਾ ਹੀ ਕਾਰਜ ਵਿਹਾਰ ਕਰਨਾ ਪਵੇਗਾ। ਕਿਉਂਕਿ ਰੱਬ ਜੀ ਦੇ ਨਾਲ ਬਣਦੀ ਤਾਏ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਜਿੰਨਾ ਵੱਡਾ ਉਹ ਅਕਾਲ ਪੁਰਖ ਪਰਮਾਤਮਾ ਦਾ ਦਿਲ ਹੈ, ਹਿਰਦਾ ਹੈ, ਕਿਉਂਕਿ ਜਿੰਨੀ ਵੱਡੀ ਉਹਦੇ ਅੰਦਰ ਦਿਆਲਤਾ ਹੈ ਉਨੀ ਵੱਡੀ ਹੀ ਸਾਡੇ ਅੰਦਰ ਦੀ ਦਿਆਲਤਾ ਹੋਵੇਗੀ, ਤਦੋਂ ਸਾਡੀ ਵਾਹਿਗੁਰੂ ਨਾਲ ਬਣ ਸਕਦੀ ਹੈ। ਰੱਬ ਸਾਰਿਆਂ ਨੂੰ ਦਾਤਾਂ ਦਿੰਦਾ ਹੈ, ਪਰ ਦਾਤਾਂ ਲੈ ਕੇ ਕਦੀ ਪਛਤਾਵਾ ਨਹੀਂ ਕਰਦਾ।
ਤੇ ਜੇ ਬੰਦਾ ਦਾਤਾਂ ਸੰਸਾਰ ਨੂੰ ਦੇ ਕੇ ਕੁਝ ਕੁ ਦਾਨ ਕਰਕੇ ਹਉਮੈ ਦੀ ਪੰਡ ਸਿਰ ਦੇ ਉੱਪਰ ਚੁੱਕ ਲਵੇ ਤੇ ਉਹਦੀ ਪ੍ਰਮਾਤਮਾ ਨਾਲ ਨਹੀਂ ਬਣੇਗੀ। ਇਸ ਕਰਕੇ ਦੁਸ਼ਮਣ ਨੂੰ ਮੀਤ ਬਣਾਉਣਾ ਤਾਂ ਬਹੁਤ ਵੱਡੀ ਗੱਲ ਹੈ। ਦੁਸ਼ਮਣ ਨੂੰ ਆਪਣਾ ਮਿੱਤਰ ਸਮਝਣਾ ਇਹ ਤਾਂ ਬੜੀ ਵੱਡੀ ਗੱਲ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਸਭ ਕੋ ਮੀਤ ਹਮ ਆਪਨ ਕੀਨਾ, ਅਸੀਂ ਸਾਰਿਆਂ ਨੂੰ ਆਪਣਾ ਮਿੱਤਰ ਸਮਝਾ ਲਿਆ, ਬਣਾ ਲਿਆ ਹੈ। ਤੇ ਮਿੱਤਰ ਬਣਾਉਣ ਲੱਗੇ ਆ, ਸਭ ਤੋਂ ਪਹਿਲੀ ਗੱਲ ਅਸੀਂ ਸੰਸਾਰ ਦੇ ਜੀਵ ਆ, ਬੰਦੇ ਦੇ ਕੱਪੜਿਆਂ ਵੱਲ ਜ਼ਰੂਰ ਧਿਆਨ ਮਾਰਦੇ ਆ, ਬੰਦੇ ਦੇ ਆਚਰਣ ਵੱਲ ਜ਼ਰੂਰ ਧਿਆਨ ਮਾਰਦੇ ਆ, ਔਰ ਉਸ ਤੋਂ ਬਾਅਦ ਫਿਰ ਉਸ ਦਾ ਜਿਹੜਾ ਖਾਣ ਪੀਣ ਹੈ ਜਾਂ ਉਹਦੇ ਜੇਬ ਦੇ ਵਿੱਚ ਕੁਝ ਰੁਪਈਏ ਨੇ ਉਹ ਵੇਖ ਕੇ ਫਿਰ ਮਿੱਤਰ ਬਣਾਇਆ ਜਾਂਦਾ ਹੈ। ਗੁਰਬਾਣੀ ਨੇ ਸਪਸ਼ਟ ਕੀਤਾ ਹੈ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵੇ ਤਿਤ ਦਿਨ ਬੋਲਣ ਗੰਧ। ਇਸ ਸੰਸਾਰੀ ਮਿੱਤਰਤਾ ਹੈ। ਜਿੰਨਾ ਚਿਰ ਬੰਦੇ ਦੀ ਜੇਬ ਦੇ ਵਿੱਚ ਕੁਝ ਹੈ, ਜਿੰਨਾ ਚਿਰ ਸਾਡੇ ਸਾਥ ਨੂੰ, ਸਾਡੇ ਮਿੱਤਰ ਨੂੰ ਕੁਝ ਖਾਣ ਨੂੰ, ਕੁਝ ਸਾਡੇ ਤੋਂ ਪ੍ਰਾਪਤ ਹੋ ਰਿਹਾ ਹੈ, ਜਿੰਨਾ ਚਿਰ ਉਹਨੂੰ ਕੁਝ ਲਾਭ ਹੋ ਰਿਹਾ ਹੈ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਉਹਨਾਂ ਚਿਰ ਉਹ ਸਾਡੀ ਦੋਸਤੀ ਹੈ, ਉਹਨਾਂ ਚਿਰ ਉਹਦੀ ਦੋਸਤੀ ਸਾਡੇ ਨਾਲ ਨਿਭਦੀ ਹੈ। ਜਿਤ ਦਿਨ ਕਛੂ ਨਾ ਹੋਵੇ, ਕਹਿੰਦੇ ਅਚਾਨਕ ਉਹਨੂੰ ਕੁਝ ਸਾਡੇ ਤੋਂ ਪ੍ਰਾਪਤ ਨਾ ਹੋਇਆ ਤੇ ਕਹਿੰਦੇ ਫਿਰ ਉਸੇ ਦਿਨ ਤੋਂ ਉਹੀ ਮਿੱਤਰ ਜਿਹੜਾ ਕੁਝ ਸਮਾਂ ਪਹਿਲਾਂ ਸਾਡੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਸੀ, ਉਹੀ ਮਿੱਤਰ ਫਿਰ ਸਾਡੇ ਨਾਲ ਵੈਰ ਵਿਰੋਧ ਕਰਨ ਲੱਗ ਪੈਂਦਾ ਹੈ, ਮੰਦਾ ਬੋਲਣ ਲੱਗ ਪੈਂਦਾ ਹੈ। ਇਵੇਂ ਦਾ ਕਹਿੰਦੇ ਸੰਸਾਰੀ ਮਿੱਤਰਤਾ ਹੈ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਮਿੱਤਰਤਾ ਇਵੇਂ ਨਹੀਂ ਬਣਾਈ ਜਾ ਸਕਦੀ। ਜੇ ਮਿੱਤਰ ਬਣਨਾ ਹੈ ਤੇ ਇਵੇਂ ਕਰਕੇ ਬਣਾਉਣਾ ਪਏਗਾ ਕਿ ਅਸੀਂ ਨੀਵੇਂ ਆ, ਬਾਕੀ ਸਾਰੇ ਉੱਚੇ ਨੇ, ਬਾਕੀ ਸਾਰੇ ਚੰਗੇ ਨੇ। ਕਬੀਰ ਸਭ ਤੇ ਹਮ ਬੁਰੇ। ਕਬੀਰ ਸਾਹਿਬ ਜੀ ਕਹਿੰਦੇ ਨੇ ਅਸੀਂ ਸਾਰੇ ਸੰਸਾਰ ਦੇ ਨਾਲੋਂ ਮੰਦੇ ਆ, ਭੈੜੇ ਆ। ਜਦੋਂ ਕਿ ਕਬੀਰ ਸਾਹਿਬ ਬੰਦਗੀ ਕਰਨ ਵਾਲੇ ਨੇ, ਰੱਬ ਦਾ ਨਾਮ ਜਪਣ ਵਾਲੇ ਨੇ, ਔਰ ਸੰਸਾਰ ਦੇ ਲੋਕ ਉਹਨਾਂ ਨੂੰ ਮਾਰਦੇ ਨੇ, ਉਹਨਾਂ ਨੂੰ ਕਮਲਾ ਕਹਿੰਦੇ ਨੇ, ਝੱਲਾ ਕਹਿੰਦੇ ਨੇ, ਬੁਰੇ ਬਚਨ ਬੋਲਦੇ ਨੇ, ਪਰ ਕਬੀਰ ਸਾਹਿਬ ਜੀ ਤਦੋਂ ਵੀ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ। ਕਬੀਰ ਸਭ ਤੇ ਹਮ ਬੁਰੇ, ਅਸੀਂ ਸਾਰਿਆਂ ਤੋਂ ਬੁਰੇ ਹਾਂ। ਹਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਬਾਕੀ ਸਾਰੇ ਚੰਗੇ ਨੇ, ਸਾਰਾ ਸੰਸਾਰ ਚੰਗਾ ਹੈ। ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿਨ੍ਹਾਂ ਨੇ ਇਵੇਂ ਕਰਕੇ ਜਾਣ ਲਿਆ ਵੀ ਅਸੀਂ ਮਾੜੇ ਆ, ਅਸੀਂ ਬੁਰੇ ਆ, ਬਾਕੀ ਸਾਰੇ ਸੰਸਾਰ ਦੇ ਜੀਵ ਜਿਹੜੇ ਨੇ ਉਹ ਚੰਗੇ ਨੇ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਹ ਗੱਲ ਜਾਣ ਲਈ ਕਿ ਸਾਰਾ ਸੰਸਾਰ ਚੰਗਾ ਹੈ, ਕੇਵਲ ਸਾਡੇ ਵਿੱਚ ਬੁਰਾਈਆਂ ਨੇ, ਸਾਡੇ ਵਿੱਚ ਔਗਣ ਨੇ, ਉਹ ਸਾਡਾ ਮਿੱਤਰ ਹੈ, ਉਹਦੇ ਨਾਲ ਸਾਡੀ ਦੋਸਤੀ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਗ ਦੁਸ਼ਮਣ ਸਭ ਮੀਤ। ਫਿਰ ਜਿਨ੍ਹਾਂ ਨੇ ਕਬੀਰ ਸਾਹਿਬ ਜੀ ਵਰਗਿਆਂ ਦਾ ਸੰਗ ਕੀਤਾ ਹੋਵੇਗਾ ਉਹਨੂੰ ਆਪਣੇ ਦੁਸ਼ਮਣ ਵੀ ਮਿੱਤਰ ਦਿਸਦੇ ਨੇ। ਤੇ ਗੁਰਬਾਣੀ ਕਹਿੰਦੀ ਵੀ ਖਿਮਾ ਵਿਹੂਣੇ ਖੱਪ ਗਏ ਖੂਹਣ ਲੱਖ ਅਸੰਖ। ਖਿਮਾ ਤੋਂ ਵਿਹੂਣੇ ਮਨੁੱਖ ਖੱਪ ਗਏ, ਖੂਹਣ ਲੱਖ ਅਸੰਖ। ਖੂਹਣ ਦਾ ਅਰਥ ਹੁੰਦਾ ਹੈ ਇੱਕ ਫੌਜ, ਉਹ ਫੌਜ ਜਿਹੜੀ 21,87,100 ਹੋਵੇ, 8,700 ਇੰਨੀ ਵੱਡੀ ਫੌਜ ਹੋਵੇ, ਪਰ ਕਹਿੰਦੇ ਜੇ ਉਸ ਦੇ ਵਿੱਚ ਇੱਕ ਦੂਜੇ ਨੂੰ ਮਾਫ ਕਰਨ ਦੀ ਭਾਵਨਾ ਨਹੀਂ ਨਾ ਹੈਗੀ, ਸਮਝੌਤਾ ਨਹੀਂ ਹੈਗਾ, ਸੋ ਕਹਿੰਦੇ ਇੰਨੀ ਵੱਡੀ ਫੌਜ ਜਿਹੜੀ ਹੈ ਉਹ ਖਿੰਨ ਵਿੱਚ ਖਤਮ ਹੋ ਜਾਂਦੀ ਹੈ। ਅਸੰਖ, ਜਿਹਦੀ ਗਿਣਤੀ ਨਹੀਂ ਹੈ, ਕਿੰਨੀ ਵੱਡੀ ਫੌਜ ਹੋਵੇ, ਪਰ ਜੇ ਉਸ ਵਿੱਚ ਆਪਸੀ ਸਮਝੌਤਾ ਨਹੀਂ ਹੈਗਾ, ਇਸ ਕਰਕੇ ਉਹ ਇੰਨੀ ਵੱਡੀ ਫੌਜ ਜਿਹੜੀ ਹੈ ਇੰਨੇ ਸਰੀਰ ਧਰਤੀ ਤੋਂ ਚਲੇ ਜਾਂਦੇ ਨੇ। ਖਿਮਾ ਵਿਹੂਣੇ ਖੱਪ ਗਏ, ਕਿਉਂਕਿ ਖਿਮਾ ਤੋਂ ਵਿਹੂਣੇ ਇੱਕ ਦੂਜੇ ਨੂੰ ਮਾਫ ਨਾ ਕਰ ਸਕੇ। ਖੂਹਣ ਲੱਖ ਅਸੰਖ ਖੱਪ ਖੱਪ ਮੋਏ ਕਿਆ ਗਣੀ। ਕਹਿੰਦੇ ਨੇ ਗਣਤ ਨਾ ਆਵੇ ਕਿਉਂ ਗਣੀ, ਉਹ ਗਿਣਤੀ ਨਹੀਂ ਕੀਤੀ ਜਾ ਸਕਦੀ। ਖੱਪ ਖੱਪ ਮਰੇ ਅਸੰਖ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਹੜੇ ਕੇਵਲ ਇਸੇ ਵੈਰ ਵਿਰੋਧ ਕਰਕੇ ਮਰ ਗਏ ਨੇ। ਅੱਜ ਵੀ ਸੰਸਾਰ ਦੇ ਵਿੱਚ ਇਵੇਂ ਹੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਇਹੋ ਜਿਹਾ, ਜਦੋਂ ਉਹ ਲੋਕਾਂ ਨੂੰ ਸਮਝਾਉਣ ਵਾਸਤੇ, ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਗਏ ਨਾ,
ਉਹਨਾਂ ਨੇ ਜਦੋਂ ਸੰਸਾਰ ਦੇ ਲੋਕਾਂ ਨੂੰ ਜਦੋਂ ਪਿੰਡ ਪਿੰਡ ਜਾਣਾ ਤੇ ਜਾ ਕੇ ਸਮਝਾਉਣਾ, ਭਲਿਓ ਆਹ ਜਿਹੜਾ ਤੁਸੀਂ ਕਰਮ ਕਰਦੇ ਪਏ ਹੋ ਨਾ, ਆਹ ਜਿਹੜਾ ਸੰਸਾਰ ਦੇ ਨਾਲ ਬੁਰਾ ਵਰਤਾਓ ਕਰਦੇ ਪਏ ਹੋ, ਇਸ ਕਰਕੇ ਤੁਹਾਡੀ ਰੱਬ ਨਾਲ ਬਣਨੀ ਨਹੀਂ ਹੈ। ਤੇ ਉਹਨਾਂ ਪਿੰਡ ਵਾਲਿਆਂ ਨੇ ਕੀ ਕਰਨਾ, ਆਖਣਾ ਤੂੰ ਸਭ ਨਵਾਂ ਸਾਧੂ ਆਇਆ ਕੋਈ ਸਾਨੂੰ ਸਮਝਾਉਣ ਵਾਸਤੇ। ਉਹਨਾਂ ਨੇ ਪਿੰਡ ਵਿੱਚ ਰਹਿਣ ਦੀ ਥਾਂ ਨਾ ਦੇਣੀ, ਪਿੰਡ ਵਿੱਚੋਂ ਧੱਕੇ ਮਾਰ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਅਤੇ ਭਾਈ ਮਰਦਾਨਾ ਜੀਆਂ ਨੂੰ ਕੱਢ ਦੇਣਾ ਵੀ ਤੁਹਾਡੇ ਵਰਗੇ ਸਾਧੂਆਂ ਦੀ ਸਾਨੂੰ ਕੋਈ ਲੋੜ ਨਹੀਂ ਹੈ, ਸਾਨੂੰ ਕੋਈ ਬਹੁਤੀ ਲੋੜ ਨਹੀਂ ਹੈ। ਪਰ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀਆਂ ਨੇ ਕਦੀ ਗਿਲਾ ਨਹੀਂ ਕੀਤਾ। ਆਪਣੇ ਮੋਢੇ ਉੱਤੇ ਪਾਇਆ ਝੋਲਾ, ਹੱਥ ਦੇ ਵਿੱਚ ਜਿਹੜਾ ਫੜਿਆ ਡੰਡਾ, ਬਾਬਾ ਮਰਦਾਨਾ ਜੀ ਨੇ ਰਬਾਬ ਫੜੀ, ਜੰਗਲਾਂ ਦੇ ਵਿੱਚ ਜਾ ਕੇ ਨਿਵਾਸ ਕਰ ਲਿਆ, ਬੈਠ ਗਏ। ਉੱਥੇ ਵੀ ਉਹਨਾਂ ਕਦੀ ਗੁੱਸਾ ਨਹੀਂ ਕੀਤਾ, ਤਦੋਂ ਵੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸੰਸਾਰ ਦਾ ਜਿਹੜਾ ਜੀਵ ਹੈ ਇਹ ਕੁਝ ਰੁਪਈਆਂ ਲਈ ਲੜ ਪੈਂਦਾ ਹੈ, ਕੁਝ ਧਨ ਕੁਛ ਵੀ ਨਾਲ ਨਹੀਂ ਹੈ। ਇੱਥੋਂ ਤੱਕ ਕਿ ਰੁਪਈਆਂ ਦੀ ਗੱਲ ਛੱਡੋ, ਆਪਣੀ ਮਾਣ ਉਸਤਤੀ ਦੇ ਵਿੱਚ ਜੇ ਕਿਤੇ ਕੋਈ ਇਹਦਾ ਸਤਿਕਾਰ ਨਾ ਕਰੇ, ਕੋਈ ਇਹਨੂੰ ਪਿਆਰ ਨਾਲ ਨਾ ਬੁਲਾਵੇ, ਤੇ ਇਹਨੂੰ ਇਉਂ ਲੱਗਦਾ ਵੀ ਇਸ ਬੰਦੇ ਨੇ ਮੇਰਾ ਕੋਈ ਬਹੁਤਾ ਸਤਿਕਾਰ ਨਹੀਂ ਕੀਤਾ, ਉਸ ਦੇ ਨਾਲ ਵੀ ਝਗੜਾ ਕਰਨ ਲੱਗ ਪੈਂਦਾ ਹੈ, ਉਸ ਦੇ ਨਾਲ ਵੀ ਬੁਰਾ ਵਰਤਾਓ ਕਰਨ ਲੱਗ ਪੈਂਦਾ ਹੈ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਖਿਮਾ ਵੀ ਹੁਣੇ ਖੱਪ ਗਏ। ਪਤਾ ਨਹੀਂ ਕਿੰਨੇ ਕੁ ਇਨਸਾਨ ਜਿਹੜੇ ਇੱਕ ਦੂਜੇ ਨੂੰ ਮਾਫ ਨਹੀਂ ਕਰ ਸਕਦੇ, ਦੂਜੇ ਨੂੰ ਖਿਮਾ ਨਹੀਂ ਕਰ ਸਕਦੇ, ਤੇ ਉਹ ਵਿਚਾਰੇ ਇਵੇਂ ਹੀ ਲੜਦੇ ਝਗੜਦੇ ਆਪਣੀ ਸੰਸਾਰ ਦੀ ਬਾਜੀ ਨੂੰ ਹਾਰ ਕੇ ਚਲੇ ਗਏ ਹਨ। ਕਬੀਰ ਸਾਹਿਬ ਜੀ ਕਹਿੰਦੇ ਨੇ, ਵੇਖੋ ਇਹ ਤਾਂ ਅਕਾਲ ਪੁਰਖ ਪਰਮਾਤਮਾ ਹੀ ਹੈ ਜਿਹੜਾ ਸਾਨੂੰ ਕਿਤੇ ਗੁਰੂ ਦੇ ਕੋਲ ਬਿਠਾ ਕੇ ਰੱਬ ਦੀਆਂ ਗੱਲਾਂ ਸੁਣਾਉਣ ਦਾ ਜਾਂ ਰੱਬ ਦੀਆਂ ਗੱਲਾਂ ਸੁਣਨ ਦਾ ਸਮਾਂ ਦੇਵੇ। ਇਹ ਰੱਬ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਸਾਡੇ ਅੰਦਰੋਂ ਇਹ ਬੁਰਾਈਆਂ ਜਾਣੀਆਂ ਚਾਹੀਦੀਆਂ ਨੇ, ਕਿਉਂਕਿ ਹਮੇਸ਼ਾ ਬੰਦੇ ਨੂੰ ਅਸੀਂ ਸ਼ਬਦ ਵੱਖਰਾ ਦੇ ਦਿੱਤਾ, ਹਮੇਸ਼ਾ ਸ਼ਬਦ ਅਸੀਂ ਵੱਖਰਾ ਦੇ ਦਿੱਤਾ, ਕਿਉਂਕਿ ਜਦੋਂ ਵੀ ਅਸੀਂ ਧਾਰਮਿਕ ਦੁਨੀਆ ਦੇ ਵਿੱਚ ਪੰਜਾਬੀ ਸ਼ਬਦ ਜਾਂ ਹਿੰਦੀ ਸ਼ਬਦ ਵਰਤਦੇ ਹਾਂ, ਮੁਆਫੀ ਸ਼ਬਦ, ਉਹਦੇ ਸ਼ਬਦ ਵਰਤਿਆ ਜਾਂਦਾ ਹੈ ਖਿਮਾ ਕਰ ਦਿਓ ਜਾਂ ਮਾਫ ਕਰ ਦਿਓ। ਪਰ ਗੁਰਬਾਣੀ ਦੇ ਵਿੱਚ ਜਿਸ ਨੂੰ ਹਉਮੈ ਆਖਿਆ ਗਿਆ ਹੈ, ਜਿਸ ਨੂੰ ਅਹੰਕਾਰ ਆਖਿਆ ਗਿਆ, ਉਸੇ ਸ਼ਬਦ ਨੂੰ ਇੰਗਲਿਸ਼ ਦੇ ਵਿੱਚ ਐਟੀਟਿਊਡ ਕਹਿ ਦਿੰਦੇ ਨੇ, ਔਰ ਉਹ ਸ਼ਬਦ ਸਾਨੂੰ ਇੰਨਾ ਕੁ ਜ਼ਿਆਦਾ ਜੱਚਦਾ ਹੈ ਕਿ ਅਸੀਂ ਆਪਣੀ ਗੱਡੀ ਮੋਟਰਸਾਈਕਲ 'ਤੇ ਲਿਖਾਉਣ ਦਾ ਜ਼ਿਆਦਾ ਵੀ ਝਿਜਕ ਨਹੀਂ ਕਰਦੇ, ਕਿਉਂਕਿ ਸ਼ਬਦ ਤਾਂ ਇੱਕ ਹੀ ਹੈ, ਅੱਖਰ ਬਦਲ ਗਿਆ। ਭਾਸ਼ਾ ਬਦਲਣ ਦੇ ਨਾਲ ਜਿਹੜੀ ਸਰੀਰ ਦੀ ਅੰਦਰ ਦੀ ਭਾਵਨਾ ਹੈ ਉਹ ਨਹੀਂ ਬਦਲ ਜਾਂਦੀ। ਹਉਮੈ ਜਿਹੜੀ ਹੈ, ਜੇ ਅਸੀਂ ਉਸ ਬੰਦੇ ਨੂੰ ਜਿਹਨੇ ਆਪਣੀ ਗੱਡੀ ਮੋਟਰ ਦੇ ਉੱਪਰ ਐਟੀਟਿਊਡ ਲਿਖਾਇਆ, ਜਾਂ ਜਿਹਨੇ ਆਪਣੇ ਸਰੀਰ ਦੇ ਉੱਪਰ ਪਹਿਨੇ ਹੋਏ ਕੱਪੜੇ ਦੇ ਉੱਤੇ ਕੁਝ ਲਿਖਵਾਇਆ ਹੈ, ਇਵੇਂ ਦਾ ਕੋਈ ਸ਼ਬਦ, ਸੋ ਉਸ ਸ਼ਬਦ ਦੇ ਵਿੱਚ ਭਾਸ਼ਾ ਬਦਲਣ ਦੇ ਨਾਲ ਬੰਦੇ ਦੇ ਅੰਦਰ ਦੀ ਬਿਰਤੀ ਨਹੀਂ ਬਦਲਦੀ, ਸਗੋਂ ਆਪਣੇ ਬਾਰੇ ਦੱਸਦਾ ਹੈ, ਆਪਣੇ ਅੰਦਰ ਦੇ ਬਾਰੇ ਦੱਸਦਾ ਹੈ। ਔਰ ਸਿੱਧੀ ਜੀ ਗੱਲ ਹੈ ਕਿ ਵੇਖੋ, ਜਦੋਂ ਅਸੀਂ ਆਮ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦੇ ਹਾਂ ਤੇ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ ਵੀ ਇਸ ਬੰਦੇ ਦਾ ਆਚਰਣ ਸਹੀ ਨਹੀਂ ਹੈ, ਇਸ ਬੰਦੇ ਦਾ ਜਿਹੜਾ ਵਿਵਹਾਰ ਹੈ ਉਹ ਚੰਗਾ ਨਹੀਂ ਹੈ, ਇਸ ਬੰਦੇ ਦਾ ਜਿਹੜਾ ਕਰੈਕਟਰ ਹੈ ਉਹ ਸਹੀ ਨਹੀਂ ਹੈਗਾ। ਔਰ ਉਸੇ ਨੂੰ ਜਦੋਂ ਇੰਗਲਿਸ਼ ਦੇ ਵਿੱਚ ਕਰ ਦਿੱਤਾ ਜਾਂਦਾ, ਉਹ ਬਣ ਜਾਂਦਾ ਹੈ ਸਟੇਟਸ। ਔਰ ਜਦੋਂ ਅਸੀਂ ਆਪਣੇ ਮੋਬਾਈਲ ਦੇ ਉੱਪਰ ਉਸ ਸਟੇਟਸ ਨੂੰ ਲਾਉਣੇ ਆ, ਤੇ ਕਿਵੇਂ ਕਿਵੇਂ ਦੇ ਸਟੇਟਸ ਲਾਉਣੇ ਆ, ਇੱਥੋਂ ਪਤਾ ਚੱਲ ਜਾਂਦਾ ਵੀ ਇਸ ਬੰਦੇ ਦਾ ਸਟੇਟਸ ਕੀ ਹੈ। ਸ਼ਬਦ ਬਦਲਣ ਦੇ ਨਾਲ ਭਾਵਨਾ ਨਹੀਂ ਬਦਲਦੀ ਹੁੰਦੀ। ਸਾਨੂੰ ਇਉਂ ਲੱਗਾ ਕਿ ਉਹ ਸਟੇਟਸ ਹੈ, ਪਰ ਨਹੀਂ, ਉਹ ਬੰਦੇ ਦਾ ਕਰੈਕਟਰ ਦੱਸਦਾ ਹੈ। ਉਸ ਕਰੈਕਟਰ ਨੇ ਦੱਸਿਆ ਵੀ ਉਸ ਵੀਡੀਓ ਨੇ, ਉਸ ਲਿਖੇ ਹੋਏ ਸ਼ਬਦਾਂ ਨੇ, ਉਸ ਲਿਖੀ ਹੋਈ ਸ਼ਬਦਾਵਲੀ ਨੇ ਦੱਸਿਆ ਵੀ ਇਸ ਬੰਦੇ ਦੇ ਜਿਹੜੀ ਸਵੈ ਜੀਵਨੀ ਹੈ, ਇਸ ਬੰਦੇ ਦਾ ਜਿਹੜਾ ਕਰੈਕਟਰ ਹੈ, ਉਹ ਸਟੇਟਸ ਹੈ, ਉਹ ਇੰਨਾ ਨੀਵਾਂ ਪੱਧਰ ਦਾ ਹੈ ਕਿ ਆਪ ਹੀ ਸੰਸਾਰ ਦੇ ਵਿੱਚ ਆਪਣੀ ਅੰਦਰ ਦੀ ਭਾਵਨਾ ਪ੍ਰਸਿੱਧ ਕਰਦਾ ਪਿਆ ਵੀ ਆਹ ਬਚਨ ਜਿਹੜੇ ਮੈਂ ਲਿਖੇ ਨੇ ਇਹ ਮੇਰਾ ਸਟੇਟਸ ਹੈ, ਮੇਰੀ ਇੰਨੀ ਕੁ ਜ਼ਿੰਦਗੀ ਦੀ ਜਿਹੜੀ ਭਾਵਨਾ ਹੈ, ਮੇਰੇ ਅੰਦਰ ਦੀ ਇਹੋ ਜਿਹੀ ਭਾਵਨਾ ਹੈ। ਕਬੀਰ ਸਾਹਿਬ ਜੀ ਇਸ ਵਰਤਾਏ ਬਚਨ ਬੋਲਦੇ ਨੇ, ਕਹਿੰਦੇ ਨੇ, ਕਬੀਰ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੋਵੇਗਾ ਨਾ ਉੱਥੇ ਧਰਮ ਹੁੰਦਾ ਹੈ, ਜੇ ਗਿਆਨ ਨਹੀਂ ਹੈ ਤੇ ਧਰਮ ਨਹੀਂ ਹੋ ਸਕਦਾ, ਕਿਉਂਕਿ ਗਿਆਨ ਦੇ ਵਿੱਚੋਂ ਧਰਮ ਪੈਦਾ ਹੁੰਦਾ ਹੈ। ਸਾਨੂੰ ਕਿਵੇਂ ਪਤਾ ਲੱਗਦਾ
ਨੂੰ ਦਇਆ ਪਸੰਦ ਹੈ। ਦਇਆ ਕਰਨੀ ਗੁਰੂ ਨੂੰ ਬਹੁਤ ਪਸੰਦ ਹੈ, ਰੱਬ ਨੂੰ ਬਹੁਤ ਪਸੰਦ ਹੈ। ਇਹ ਸਾਨੂੰ ਗਿਆਨ ਹੋਇਆ। ਗਿਆਨ ਕਿਵੇਂ ਹੋਇਆ? ਗੁਰੂ ਨਾਨਕ ਸਾਹਿਬ ਜੀਆਂ ਨੇ ਸਾਨੂੰ ਦੱਸਿਆ, ਧੌਲ ਧਰਮ ਦਇਆ ਕਾ ਪੂਤ, ਕਿ ਜਿਹੜੀ ਦਇਆ ਹੈ ਉਹਦੇ ਵਿੱਚੋਂ ਨਿਕਲਿਆ ਹੋਇਆ ਧਰਮ ਹੈ। ਦਇਆ ਦੇ ਵਿੱਚੋਂ ਨਿਕਲਿਆ ਹੋਇਆ ਧਰਮ ਹੈ। ਧੌਲ ਧਰਮ ਦਇਆ ਕਾ ਪੂਤ, ਭਾਵ ਕਿ ਦਇਆ ਦੇ ਵਿੱਚੋਂ ਧਰਮ ਨਿਕਲਦਾ ਹੈ। ਮਾਫ ਦੇ ਵਿੱਚੋਂ, ਮਾਫੀ ਦੇ ਵਿੱਚੋਂ, ਖਿਮਾ ਦੇ ਵਿੱਚੋਂ ਧਰਮ ਨਿਕਲਦਾ ਹੈ। ਜੇ ਅਸੀਂ ਕਿਸੇ ਨੂੰ ਮਾਫ ਨਹੀਂ ਕਰ ਸਕਦੇ, ਦਇਆ ਨਹੀਂ ਕਰ ਸਕਦੇ, ਸੋ ਉਸ ਧਰਮ ਹੀ ਨਹੀਂ ਹੋ ਸਕਦੇ। ਧੌਲ ਧਰਮ ਦਇਆ ਕਾ ਪੂਤ, ਕਬੀਰ ਸਾਹਿਬ ਕਹਿੰਦੇ ਜਹਾਂ ਗਿਆਨ ਤਹਾਂ ਧਰਮ ਹੈ। ਇਸ ਕਰਕੇ ਬੰਦੇ ਨੂੰ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਲੋਭ ਤਹਾਂ ਕਾਲ। ਵੇਖੋ, ਜਿੱਥੇ ਲੋਭ ਹੋਵੇ ਨਾ ਉੱਥੇ ਕਾਲ ਹੀ ਪਿਆ ਰਹਿੰਦਾ ਹੈ। ਕਾਲ ਤੋਂ ਭਾਵ ਹੁੰਦਾ ਹੈ ਭੁੱਖਮਰੀ। ਭੁੱਖਮਰੀ ਪੈ ਜਾਣੀ ਵੀ ਉਸ ਨੂੰ ਕਿਹਾ ਜਾਂਦਾ ਹੈ ਕਾਲ ਪੈ ਗਿਆ ਹੈ। ਜਿੱਥੇ ਪਾਣੀ ਖਤਮ ਹੋ ਜਾਵੇ, ਧਰਤੀ ਦੇ ਵਿੱਚੋਂ ਉਪਜਾਊ ਧਰਤੀ ਨਾ ਨਿਕਲੇ, ਬੀਜ ਬੀਜਿਆ ਨਾ ਜਾ ਸਕੇ, ਉਸ ਨੂੰ ਕਹਿ ਦਿੱਤਾ ਜਾਂਦਾ ਹੈ ਪਾਣੀ ਦਾ ਕਾਲ ਪੈ ਗਿਆ, ਭਾਵ ਕਿ ਜਿੱਥੇ ਭੁੱਖ ਮਰੀ ਪਈ ਹੋਵੇ। ਸੋ ਇਸ ਕਰਕੇ ਜਹਾਂ ਲੋਭ ਤਹਾਂ ਕਾਲ। ਸੋ ਜਿੱਥੇ ਲੋਭ ਹੋਏਗਾ ਨਾ ਉੱਥੇ ਕਾਲ ਤੋਂ ਭਾਵ ਹੁੰਦਾ ਉਹ ਬੰਦਾ ਲੁੱਟਦਾ ਹੈ, ਆਪਣੇ ਘਰ ਭਰੀ ਜਾਂਦਾ ਹੈ, ਆਪਣੇ ਘਰ ਭਰੀ ਜਾਂਦਾ ਹੈ ਲੁੱਟ ਲੁੱਟ ਕੇ। ਤਦੋਂ ਵੀ ਉਹ ਬੰਦਾ ਰੱਜਦਾ ਨਹੀਂ ਹੈ, ਤਦੋਂ ਵੀ ਬੰਦਾ ਰੱਜਦਾ ਨਹੀਂ ਹੈ। ਕਹਿੰਦੇ ਜਹਾਂ ਲੋਭ ਤਹਾਂ ਕਾਲ, ਕਹਿੰਦੇ ਜਹਾਂ ਝੂਠ ਤਹਾਂ ਪਾਪ ਹੈ। ਸੋ ਜਿੱਥੇ ਝੂਠ ਬੋਲਣ ਵਾਲੇ ਬੈਠੇ ਹੋਣ, ਝੂਠੇ ਇਨਸਾਨ ਬੈਠੇ ਹੋਣ, ਉੱਥੇ ਪਾਪ ਹੁੰਦਾ ਹੈ, ਉੱਥੇ ਹਮੇਸ਼ਾ ਪਾਪ ਹੈ। ਝੂਠ ਬੋਲਣਾ ਵੀ ਇੱਕ ਬਹੁਤ ਵੱਡਾ ਪਾਪ ਹੈ। ਜਹਾਂ ਖਿਮਾ ਤਹਾਂ ਆਪ, ਅਤੇ ਜਿੱਥੇ ਖਿਮਾ ਕਰਨ ਦੀ ਭਾਵਨਾ ਹੋਵੇ ਉੱਥੇ ਪਰਮਾਤਮਾ ਜੀ ਦਾ ਨਿਵਾਸ ਹੁੰਦਾ ਹੈ, ਉੱਥੇ ਪਰਮਾਤਮਾ ਆਣ ਕੇ ਵਸਦਾ ਹੈ। ਇਸ ਕਰਕੇ ਜਿਹੜਾ ਸਾਧ ਸੰਗਤ ਦੇ ਵਿੱਚ ਆ ਗਿਆ, ਜਿਹੜਾ ਗੁਰੂ ਘਰ ਦੇ ਵਿੱਚ ਆ ਗਿਆ, ਸਾਧ ਸੰਗਤ ਦੇ ਵਿੱਚ ਬੈਠ ਗਿਆ, ਉਹਨੂੰ ਇਹ ਸਮਝ ਲੱਗ ਗਈ ਸਾਧ ਸੰਗ ਦੁਸ਼ਮਣ ਸਭ ਮੀਤ। ਖਿਮਾ ਕਰਨਾ ਬਹੁਤ ਵੱਡਾ ਗੁਣ ਹੈ, ਰੱਬ ਜੀ ਦਾ ਇਹ ਬਹੁਤ ਵੱਡਾ ਗੁਣ ਹੈ। ਭਾਈ ਗੁਰਦਾਸ ਜੀ ਤੇ ਇੱਥੋਂ ਤੱਕ ਕਹਿ ਦਿੰਦੇ, ਰੱਬ ਜੀ ਤੇਰੇ ਅੰਦਰ ਇੱਕ ਬਹੁਤ ਵੱਡਾ ਗੁਣ ਹੈ ਵੀ ਤੇਰੇ ਕੋਲ ਅਸੀਂ ਅਵਗੁਣ ਕਰਕੇ ਆਉਣੇ ਆ। ਸੰਸਾਰ ਦੀ ਰੀਤ ਹੈ ਵੀ ਗੁਣ ਕਰੋਗੇ ਤੇ ਗੁਣ ਮਿਲੇਗਾ, ਅਵਗੁਣ ਕਰੋਗੇ ਤੇ ਗੁਣ ਨਹੀਂ ਮਿਲੇਗਾ। ਸੰਸਾਰ ਵਰਤਦਾ ਉਹਨਾਂ ਨਾਲ ਹੈ ਜਿਨ੍ਹਾਂ ਕੋਲ ਗੁਣ ਹੋਣ, ਜਿਨ੍ਹਾਂ ਕੋਲ ਚੰਗਿਆਈਆਂ ਹੋਣ, ਉਹਨਾਂ ਨਾਲ ਇਹ ਬੈਠਣਾ ਪਸੰਦ ਕਰਦਾ ਹੈ, ਉਹਨਾਂ ਨਾਲ ਇਹ ਰਹਿਣਾ ਪਸੰਦ ਕਰਦਾ ਹੈ ਜਿਨ੍ਹਾਂ ਦੇ ਕੋਲ ਕੋਈ ਚੰਗਾ ਅਹੁਦਾ ਹੋਵੇ, ਚੰਗੇ ਗੁਣ ਹੋਣ। ਪਰ ਤੂੰ ਉਹਨਾਂ ਨਾਲ ਰਹਿਣਾ ਹੈ ਜਿਨ੍ਹਾਂ ਦੇ ਕੋਲ ਅਵਗੁਣ ਹੋਣ, ਔਰ ਅਵਗੁਣ ਹਾਰੇ ਤੇਰੇ ਕੋਲ ਆਣ ਕੇ ਅਰਦਾਸ ਕਰਦੇ, ਤੂੰ ਉਹਨਾਂ ਦੇ ਅਵਗੁਣ ਬਖਸ਼ ਦਿੰਦਾ ਹੈ ਤੇ ਫਿਰ ਉਹਨਾਂ ਨੂੰ ਅੱਗੇ ਮਾਰਗ ਤੇ ਚੱਲਣ ਦਾ, ਸਿੱਧਾ ਮਾਰਗ 'ਚ ਚੱਲਣ ਦਾ ਉਪਦੇਸ਼ ਬਖਸ਼ਿਸ਼ ਕਰਦਾ ਹੈ। ਕਹਿੰਦੇ ਵੇਖੋ ਰੱਬ ਜੀ ਹੈ ਅਕਾਲ ਪੁਰਖ ਪਰਮਾਤਮਾ, ਜੋ ਹਮ ਅਦਮ ਕਰਮ ਕੀਏ ਪਤਤ ਪਏ। ਕਹਿੰਦੇ ਅਸੀਂ ਅਦਮ ਭੈੜੇ ਕਰਮ ਕਰ ਕਰਕੇ ਪਤਤ ਬਣ ਗਏ। ਪਤਤ ਤੋਂ ਉਹ ਹੁੰਦਾ ਹੈ ਕਿ ਜਿਹਨੇ ਭੈੜੇ ਕਰਮ ਕੀਤੇ ਹੋਣ, ਜਿਹਦਾ ਜੀਵਨ ਪਵਿੱਤਰ ਨਾ ਹੋਵੇ, ਜੀਵਨ ਸ਼ੈਲੀ ਚੰਗੀ ਨਾ ਹੋਵੇ, ਉਹਨੂੰ ਕਹਿ ਦਿੱਤਾ ਜਾਂਦਾ ਹੈ ਪਤਤ। ਕਹਿੰਦੇ ਜੋ ਹਮ ਅਦਮ ਕਰਮ ਕੀਏ ਪਤਤ ਪਏ, ਪਤਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ। ਸੋ ਪਤਤਾਂ ਨੂੰ ਪਵਿੱਤਰ ਕਰਨ ਵਾਸਤੇ ਪਰਮਾਤਮਾ ਜੀ ਦਾ ਨਾਮ ਪ੍ਰਗਟ ਹੋਇਆ, ਸੰਸਾਰ ਦੇ ਵਿੱਚ ਆਇਆ ਹੈ। ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਪਤਤਾਂ ਨੂੰ ਪਾਪ, ਕਿ ਮਹਾਰਾਜ ਸਾਨੂੰ ਬਾਰ-ਬਾਰ ਨਾਮ ਜਪਣ ਨੂੰ ਕਹਿੰਦੇ, ਜਪੇਗਾ ਤਾਂ ਤੇਰੇ ਅੰਦਰ ਦਾ ਪਤਤਪੁਣਾ ਖਤਮ ਹੋਏਗਾ, ਵਿਕਾਰਾਂ ਵਾਲੀ ਬਿਰਤੀ ਖਤਮ ਹੋਏਗੀ, ਦੂਰ ਹੋ ਜਾਏਗੀ। ਸੋ ਕਹਿਣ ਲੱਗੇ ਜੋ ਹਮ ਅਦਮ ਕਰਮ ਕੀਏ ਪਤਤ ਪਏ, ਪਤਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ। ਸੋ ਅਗਲੀ ਕਹਿੰਦੇ ਜੇ ਅਸੀਂ ਭੈੜੇ ਕਰਮ ਕਰ ਕਰਕੇ, ਬੁਰੇ ਕਰਮ ਕਰ ਕਰਕੇ ਸਾਡੇ ਅੰਦਰ ਕੋਈ ਦੀਨ ਵਾਲੀ ਚੰਗੀ ਗੁਰਮੁਖਾਂ ਵਾਲੀ ਭਾਵਨਾ ਨਹੀਂ ਨਾ ਬਣੀ, ਚੰਗੀ ਬਿਰਤੀ ਨਹੀਂ ਬਣੀ। ਸੋ ਕਹਿਣ ਲੱਗੇ ਤੂੰ ਇਹੋ ਜਾਏ ਕਿ ਤੇਰਾ ਜਿਹੜਾ ਬਿਰਦ ਹੈ ਉਹ ਬਿਰਦ ਸਾਨੂੰ ਦੀਨਾਂ ਨੂੰ, ਸਾਨੂੰ ਨਿਮਾਣਿਆਂ ਨੂੰ ਪਾਲਣ ਵਾਲਾ ਹੈ। ਜੋ ਦੁਖਤ ਅਰ ਦੀਨ ਪ੍ਰਚੀਨ ਵੀ ਲੱਗੇ। ਕਹਿੰਦੇ ਜਿਵੇਂ ਸੰਸਾਰ ਦੇ ਜੀਵ ਦੁੱਖ ਦੇ ਵਿੱਚ, ਭੈੜੇ ਕਰਮਾਂ ਦੇ ਵਿੱਚ ਲੱਗੇ ਹੋਏ ਨੇ, ਕਦੀ ਕਿਸੇ ਨੂੰ ਇਹਨਾਂ ਨੇ ਮਾਫ ਹੀ ਨਹੀਂ ਕੀਤਾ, ਕਦੀ ਕਿਸੇ ਨੂੰ ਖਿਮਾ ਹੀ ਨਹੀਂ ਕੀਤਾ। ਸੋ ਕਹਿਣ ਲੱਗੇ ਤੂੰ ਜਿਹੜਾ ਹੈ ਇਹ ਪ੍ਰਮਾਤਮਾ, ਤੇਰਾ ਜਿਹੜਾ ਸੁਭਾਅ ਹੈ
ਜਿਹੜਾ ਸੰਸਾਰ ਦਾ ਜੀਵ ਹੈ ਉਹਨਾਂ ਨੇ ਤੈਨੂੰ ਦੀਨ ਦੁੱਖ ਭੰਜਨ ਬਿਰਧ ਬਿਰਦਾਇਓ ਹੈ। ਉਹਨਾਂ ਨੇ ਸੰਸਾਰ ਦੇ ਜੀਵਾਂ ਨੇ ਤੈਨੂੰ ਦੀਨ ਦੁੱਖ ਭੰਜਨ ਕਹਿ ਦਿੱਤਾ, ਭਾਵ ਕਿ ਨਿਮਾਣਿਆਂ ਦੇ ਦੁੱਖ ਨੂੰ ਦੂਰ ਕਰਨ ਵਾਲਾ ਆਖ ਦਿੱਤਾ। ਦੀਨ ਦੁੱਖ, ਦੀਨ ਦਰਦ ਦੁੱਖ ਭੰਜਨਾ ਆਪਾਂ ਸ਼ਬਦ ਪੜ੍ਹਦੇ ਹਾਂ ਨਾ। ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਕਹਿੰਦੇ ਹੈ ਰੱਬ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਦੀਨ ਦਰਦ ਦੁੱਖ ਭੰਜਨਾ, ਨਿਮਾਣਿਆਂ ਦੇ ਦੀਨਾਂ ਦੇ ਦੁੱਖਾਂ ਨੂੰ ਦਰਦਾਂ ਨੂੰ ਦੂਰ ਕਰਨ ਵਾਲੇ ਵਾਹਿਗੁਰੂ, ਤੇ ਹਰੇਕ ਹਿਰਦੇ ਦੀ ਜਾਣਨ ਵਾਲੇ। ਘਟ ਘਟ ਨਾਥ ਅਨਾਥ, ਭਾਵ ਕਿ ਜਿਹੜੇ ਅਨਾਥ ਹੋਣ ਉਹਨਾਂ ਦਾ ਤੂੰ ਨਾਥ ਹੈ, ਉਹਨਾਂ ਦਾ ਤੂੰ ਖਸਮ ਹੈ, ਉਹਨਾਂ ਦਾ ਤੂੰ ਮਾਲਕ ਹੈ। ਸੰਸਾਰ ਨੇ ਫਿਰ ਉਹੋ ਜਿਹਾ ਤੇਰਾ ਨਾਮ ਰੱਖ ਦਿੱਤਾ। ਸੰਸਾਰ ਨੇ ਦੀਨ ਬਿਰਦ, ਦੀਨ ਦੁੱਖ ਭੰਜਨ ਬਿਰਦ ਬਿਰਦਾਇਓ। ਕਹਿੰਦੇ ਸੰਸਾਰ ਨੇ ਕਹਿ ਦਿੱਤਾ ਵੀ ਤੁਸੀਂ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ ਹੋ। ਜੈਸੇ ਗ੍ਰਸੇ ਅਕੁਰ ਸੁਤ ਨਰਕ ਨਿਵਾਸੀ ਪਏ। ਕਹਿੰਦੇ ਹੁਣ ਜਿਹੜਾ ਧਰਮ ਰਾਜ ਹੈ ਸੂਰਜ ਦਾ ਪੁੱਤਰ, ਉਹ ਨਰਕਾਂ ਦੇ ਵਿੱਚ ਇਸ ਬੰਦੇ ਨੂੰ ਸੁੱਟਦਾ ਹੈ ਜਿਨੇ ਬੁਰੇ ਕਰਮ ਕੀਤੇ ਹੋਣ। ਧਰਮ ਰਾਜ ਹੀ ਲੇਖਾ ਕਰਦਾ ਨਾ, ਜਿਵੇਂ ਆਪਾਂ ਗੁਰਬਾਣੀ ਦਾ ਸ਼ਬਦ ਪੜ੍ਹਦੇ ਹਾਂ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਸੋ ਕਹਿਣ ਲੱਗੇ ਵੀ ਉੱਥੇ ਜਦੋਂ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਗਿਆ, ਬੁਰੇ ਕਰਮ ਨੇ ਤੇਰੇ, ਚੰਗਾ ਕਰਮ ਨਹੀਂ ਕੀਤਾ, ਸੋ ਜਦੋਂ ਲੇਖਾ ਮੰਗਿਆ ਜਾਵੇਗਾ, ਸੋ ਉਸ ਸਮੇਂ ਫਿਰ ਜੇ ਤੂੰ ਵਾਹਿਗੁਰੂ ਅੱਗੇ ਅਰਦਾਸ ਕਰ ਦੇਗਾ ਤੇ ਫਿਰ ਤੈਨੂੰ ਨਰਕਾਂ ਤੋਂ ਬਚਾ ਲਏਗਾ ਵਾਹਿਗੁਰੂ। ਅਕਾਲ ਪੁਰਖ ਪਰਮਾਤਮਾ ਤੈਨੂੰ ਨਰਕਾਂ ਦੇ ਵਿੱਚੋਂ ਜਿੱਥੇ ਤੇਰਾ ਨਿਵਾਸ ਹੋ ਜਾਣਾ ਸੀ, ਪਰ ਉੱਥੋਂ ਤੈਨੂੰ ਬਚਾ ਲਿਆ। ਤੇ ਸੰਸਾਰ ਨੇ ਕੀ ਕੀਤਾ? ਜਗਤ ਜਸ, ਸੰਸਾਰ ਨੇ ਰੱਬ ਜੀ ਦਾ ਜਸ ਗਾਇਆ। ਨਰਕ ਨਿਵਾਰਨ, ਸੰਸਾਰ ਨੇ ਜਸ ਗਾਇਆ ਨਰਕ ਨਿਵਾਰਨ। ਕਿਹੇ ਪ੍ਰਮਾਤਮਾ ਤੁਸੀਂ ਨਰਕਾਂ ਤੋਂ ਨਿਵਾਰਨ ਵਾਲੇ ਹੋ, ਬਚਾਉਣ ਵਾਲੇ ਹੋ। ਨਰਕ ਬਿਰਦਾਇਓ, ਕਹਿੰਦੇ ਸੰਸਾਰ ਨੇ ਜਸ ਗਾਇਆ ਤੇਰਾ ਵੀ ਤੂੰ ਨਰਕਾਂ ਤੋਂ ਨਿਵਾਰਨ ਵਾਲਾ ਹੈ, ਸਾਨੂੰ ਬਚਾਉਣ ਵਾਲਾ ਹੈ। ਅਗਲੀ ਉਦਾਹਰਨ ਕਹਿੰਦੇ ਗੁਣ ਕੀਏ ਗੁਣ ਕੋ ਕਰੇ ਕਿਰਪਾ ਨਿਧਾਨ। ਕਹਿੰਦੇ ਅਸੀਂ ਗੁਣ ਕੀਤੇ ਤੇ ਉਹਨਾਂ ਗੁਣਾਂ ਨੂੰ ਵੇਖ ਕੇ ਫਿਰ ਅਗਲੇ ਨੇ ਸਾਡੇ ਗੁਣਾਂ ਦੀ ਕੀਮਤ ਪਾਈ, ਸਾਡੀ ਕਦਰ ਪਾਈ। ਕਿਰਪਾ ਨਿਧਾਨ, ਜੇ ਕੋਈ ਸੰਸਾਰ ਦਾ ਜੀਵ ਕਿਸੇ ਦੇ ਉੱਤੇ ਦਇਆ ਕਰਦਾ ਹੈ, ਦੇ ਉੱਪਰ ਭਲਾ ਕਰਦਾ ਹੈ, ਤੇ ਉਹਦੇ ਪਿੱਛੇ ਕਿਸੇ ਨਾ ਕਿਤੇ ਉਹਦੇ ਗੁਣ ਨੇ, ਉਹਦੇ ਗੁਣ ਕਰਕੇ। ਪਰ ਕਹਿੰਦੇ ਤੂੰ ਕੀ ਕਰਦਾ ਹੈ? ਗੁਣਹੀਣ ਗੁਣ ਕਰੇ, ਤੂੰ ਗੁਣਾਹੀਣਾਂ ਨੂੰ ਵੀ ਗੁਣ ਦੇਣਾ ਹੈ। ਜਿਹੜੇ ਗੁਣਹੀਣ ਹੈ ਨਾ ਉਹਨਾਂ ਨੂੰ ਵੀ ਗੁਣ ਬਖਸ਼ਿਸ਼ ਕਰਦਾ ਹੈ। ਉਹਨਾਂ ਦੇ ਨਾਲ ਵੀ ਤੂੰ ਕਿਰਪਾ ਕਰਕੇ ਤੇਰੇ ਕੋਲ ਆ ਜਾਈਏ, ਤੇ ਕਹਿੰਦੇ ਤੂੰ ਉਹਨਾਂ ਦੇ ਗੁਣ ਵੇਖ ਕੇ ਵੀ, ਔਗਣ ਵੇਖ ਕੇ ਵੀ ਤੂੰ ਉਹਨਾਂ ਨੂੰ ਦੂਰ ਨਹੀਂ ਭਜਾਉਂਦਾ, ਸਗੋਂ ਨਾਨਕ ਨਿਰਗੁਣ ਗੁਣ ਕਰੇ। ਨਿਰਗੁਣ ਤੋਂ ਭਾਵ ਜਿਹਦੇ ਕੋਲ ਗੁਣ ਨਹੀਂ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੇ ਜਿਹੜੇ ਗੁਣਵੰਤੇ ਨੇ ਉਹਨਾਂ ਨੂੰ ਹੋਰ ਗੁਣ ਦੇ ਦਿੰਦਾ ਹੈ ਵਾਹਿਗੁਰੂ, ਉਹਨਾਂ ਨੂੰ ਹੋਰ ਪ੍ਰਮਾਤਮਾ ਗੁਣ ਦਿੰਦਾ ਹੈ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਹੁਣ ਸਾਧ ਸੰਗ ਦੁਸ਼ਮਣ ਸਭ ਮੀਤ। ਜਦੋਂ ਬਾਬਾ ਪ੍ਰਿਥੀ ਚੰਦ ਜੀ, ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ, ਉਹ ਕਹਿੰਦਾ ਵੀ ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਮੈਂ ਵੱਡਾ ਪੁੱਤਰ ਹਾਂ ਗੁਰੂ ਰਾਮਦਾਸ ਜੀ ਦਾ, ਔਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਭ ਤੋਂ ਛੋਟੇ ਨੇ, ਸਭ ਤੋਂ ਛੋਟੇ ਪੁੱਤਰ ਨੇ। ਕਹਿਣ ਲੱਗੇ ਕਿ 3 ਪੁੱਤਰ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਅਤੇ ਗੁਰੂ ਅਰਜਨ ਸਾਹਿਬ ਜੀ। ਗੁਰੂ ਅਰਜਨ ਸਾਹਿਬ ਜੀ ਸਭ ਤੋਂ ਛੋਟੇ ਨੇ। ਬਾਬਾ ਪ੍ਰਿਥੀ ਚੰਦ ਜਿਹੜਾ, ਉਹ ਗੁਰੂ ਘਰ ਦਾ ਜਿਹੜਾ ਕਾਰਜ ਵਿਹਾਰ ਸੀ ਨਾ, ਉਹਦੇ ਵਿੱਚ ਬਹੁਤ ਦਿਲਚਸਪੀ ਸੀ ਉਹਦੀ। ਇੱਕ ਵਾਰ ਕਹਿੰਦੇ ਨੇ ਮਾਇਆ ਗਿਣਦਿਆਂ ਗਿਣਦਿਆਂ, ਸਿੱਕੇ ਗਿਣਦਿਆਂ ਗਿਣਦਿਆਂ ਹੱਥਾਂ ਨੂੰ ਨਾ ਕਾਲਖ ਲੱਗਦੀ ਸੀ, ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਤੇ ਪ੍ਰਿਥੀ ਚੰਦ ਨੂੰ ਪੁੱਛਦੇ ਕਿ ਬਾਰ-ਬਾਰ ਕੱਪੜੇ ਦੇ ਨਾਲ ਹੱਥ ਸਾਫ਼ ਕਿਉਂ ਕਰਦਾ? ਤੇ ਪ੍ਰਿਥੀ ਚੰਦ ਕਹਿੰਦਾ ਮਹਾਰਾਜ ਹੱਥਾਂ ਦੇ ਨਾਲ ਨਾ ਕਾਲਖ ਲੱਗਦੀ ਹੈ, ਜਦੋਂ ਅਸੀਂ ਸਿੱਕੇ ਗਿਣਦੇ ਹਾਂ ਤੇ ਹੱਥਾਂ ਦੇ ਨਾਲ ਕਾਲਖ ਲੱਗ ਜਾਂਦੀ ਹੈ। ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੈ ਮਾਇਆ ਹੈ ਹੀ ਇੱਦਾਂ ਦੀ ਹੈ,
ਜਿਹੜਾ ਇਹਦੇ ਨਾਲ ਪ੍ਰੀਤ ਪਾਉਂਦਾ ਹੈ, ਜਿਹੜਾ ਇਹਦੇ ਨਾਲ ਲਿਵ ਜੋੜਦਾ ਹੈ, ਧਿਆਨ ਲਾਉਂਦਾ ਹੈ, ਉਹਦਾ ਜੀਵਨ ਦੇ ਵਿੱਚ ਵੀ ਕਾਲਖੀ ਹੋ ਜਾਂਦੀ ਹੈ। ਉਹਨੇ ਵਾਹਿਗੁਰੂ ਨੂੰ ਛੱਡ ਦਿੱਤਾ ਤੇ ਹਨੇਰਾ ਹੀ ਰਹਿ ਗਿਆ ਨਾ, ਫਿਰ ਪਿੱਛੇ ਕਾਲਖੀ ਰਹਿ ਗਈ ਨਾ। ਸੋ ਕਹਿਣ ਲੱਗੇ ਉਸ ਦਾ ਬੜਾ ਧਿਆਨ ਰਿਹਾ ਕਰੇ, ਉਹਨੇ ਬੜੀ ਦਿਲਚਸਪੀ ਵਿਖਾਈ ਕਾਰਜ ਵਿਹਾਰ ਦੇ ਵਿੱਚ। ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਹਮੇਸ਼ਾ ਹੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਲਿਵ ਜੁੜ ਕੇ ਰਹਿੰਦੇ, ਗੁਰੂ ਦਾ ਹੁਕਮ ਸਿਰ ਮੱਥੇ ਮੰਨਦੇ ਨੇ। ਹੁਣ ਹੁਕਮ ਦੀ ਜ਼ਿਆਦੀ ਜਿਹੜੀ ਹੈ, ਹੁਕਮ ਮੰਨਣਾ, ਆਗਿਆ ਦੇ ਵਿੱਚ ਰਹਿਣਾ, ਉਹ ਵੱਡਾ ਹੁੰਦਾ ਹੈ ਨਾ ਕਿ ਕਾਰਜ ਵਿਹਾਰ ਕਰਨ ਵਾਲਾ, ਭਾਵੇਂ ਕਿ ਉਹ ਵੀ ਗੁਣ ਹੈ। ਪਰ ਜਦੋਂ ਗੁਰਗੱਦੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਮਿਲੀ, ਪ੍ਰਿਥੀ ਚੰਦ ਨੇ ਵਿਰੋਧ ਕੀਤਾ, ਇੰਨਾ ਜ਼ਿਆਦਾ ਵਿਰੋਧ ਕੀਤਾ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਬੰਦੇ ਬਚਨ ਬੋਲਿਆ ਕਰਦਾ ਸੀ ਇਹ, ਭਾਵੇਂ ਕਿ ਉਹਨਾਂ ਦਾ ਭਰਾ ਸੀ ਛੋਟਾ, ਤੇ ਇਹਨੇ ਬੁਰੇ ਬਚਨ ਬੋਲਿਆ ਕਰਨੇ, ਮੰਦਾ ਬੋਲਿਆ ਕਰਨਾ। ਉਸ ਤੋਂ ਬਾਅਦ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਦਰਸ਼ਨ ਕਰਨ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚਣਾ ਕਰਨਾ, ਤੇ ਰਸਤੇ ਦੇ ਵਿੱਚ ਜਦੋਂ ਇਹਦਾ ਘਰ ਪੈਂਦਾ ਸੀ, ਇਹਨੇ ਕੀ ਕਰਨਾ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਉੱਪਰ ਚਿੱਕੜ ਸੁੱਟ ਦੇਣਾ, ਕੱਪੜੇ ਮੈਲੇ ਕਰ ਦੇਣੇ, ਚਿੱਕੜ ਸੁੱਟ ਦੇਣਾ ਉੱਪਰ। ਤਦੋਂ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਨੂੰ ਕਦੇ ਮੰਦਾ ਬਚਨ ਨਹੀਂ ਬੋਲਿਆ, ਬੁਰਾ ਨਹੀਂ ਬੋਲਿਆ। ਫਿਰ ਇਹਨੇ ਕੀ ਕੀਤਾ, ਗੁਰੂ ਘਰ ਦੇ ਵਿੱਚ ਜਿਹੜੀਆਂ ਸੰਗਤਾਂ ਆਉਂਦੀਆਂ ਸਨ, ਕਿਉਂਕਿ ਬਹੁਤੀਆਂ ਸੰਗਤਾਂ ਨੂੰ ਨਹੀਂ ਪਤਾ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਗੱਦੀ ਤੇ ਬਿਰਾਜਮਾਨ ਹਨ, ਕੌਣ ਹੈ ਗੁਰਗੱਦੀ ਦੇ ਉੱਪਰ ਬਿਰਾਜਮਾਨ। ਸੋ ਇਸ ਕਰਕੇ ਇਹਨੇ ਫਾਇਦਾ ਚੁੱਕਣਾ, ਕਹਿਣ ਲੱਗਣਾ, ਆਖਣਾ ਕਿ ਗੁਰਗੱਦੀ ਦੇ ਉੱਪਰ ਮੈਂ ਹਾਂ। ਪ੍ਰਿਥੀ ਚੰਦ ਜਿਹੜਾ ਹੈ ਉਹਨੂੰ ਗੁਰਗੱਦੀ ਪ੍ਰਾਪਤ ਹੋਈ ਹੈ। ਹੁਣ ਗੁਰੂ ਪੁੱਤਰ ਹੋਣ ਕਰਕੇ ਕੋਈ ਵੀ ਵਿਸ਼ਵਾਸ ਕਰ ਲੇ ਵੀ ਗੁਰੂ ਦਾ ਪੁੱਤਰ ਹੈ, ਹੋ ਸਕਦਾ ਹੈ ਵੀ ਗੁਰਗੱਦੀ ਪ੍ਰਿਥੀ ਚੰਦ ਨੂੰ ਮਿਲੀ ਹੋਵੇ। ਸੋ ਜਿਹੜੀ ਦੂਰ ਦਰਾਡਿਆਂ ਤੋਂ ਸੰਗਤ ਆਉਣੀ, ਪ੍ਰਿਥੀ ਚੰਦ ਨੇ ਆਪਣੇ ਚੇਲੇ ਜਿਹੜੇ ਉਹਨਾਂ ਨੂੰ ਕਹਿ ਦੇਣਾ ਵੀ ਸੰਗਤ ਨੂੰ ਇੱਥੇ ਲੈ ਕੇ ਆਓ। ਸੋ ਜਿਹੜੀ ਸਾਰੀ ਕਾਰ ਭੇਟਾ ਸੰਗਤ ਨੇ ਲੈ ਕੇ ਆਉਣੀ ਸੰਗਤ ਦੇ ਲੰਗਰ ਪ੍ਰਸ਼ਾਦੇ ਵਾਸਤੇ। ਜੋ ਵੀ ਅਸੀਂ ਕਾਰ ਭੇਟਾ, ਜੋ ਵੀ ਇੱਥੇ ਮੱਥਾ ਟੇਕਦੇ ਹਾਂ, ਇਹ ਨਾ ਸਮਝੀਏ ਕਿ ਸ਼ਾਇਦ ਇਹ ਆਪਾਂ ਗੁਰੂ ਸਾਹਿਬ ਜੀ ਨੂੰ ਕੁਛ ਦਾਨ ਕੀਤਾ ਹੈ, ਗੁਰੂ ਸਾਹਿਬ ਜੀ ਨੂੰ ਇਸ ਵਿੱਚ ਕੁਛ ਨਹੀਂ ਚਾਹੀਦਾ। ਇਹ ਤਾਂ ਸੰਗਤ ਦੇ ਲੰਗਰ ਵਾਸਤੇ, ਸੰਗਤ ਦੇ ਬੈਠਣ ਦੇ ਪ੍ਰਬੰਧ ਵਾਸਤੇ, ਸੰਗਤ ਜਿਹੜੀ ਆਉਂਦੀ ਹੈ ਉਹਦੇ ਵਾਸਤੇ ਪ੍ਰਸ਼ਾਦਾ ਜਿਹੜਾ ਲੰਗਰ ਬਣ ਸਕੇ ਜਾਂ ਕਿਸੇ ਗਰੀਬ ਦੀ ਮਦਦ ਕਰ ਸਕੇ, ਉਸ ਮਦਦ ਦੇ ਵਾਸਤੇ ਅਸੀਂ ਆਪਣੀ ਕਮਾਈ ਦੇ ਵਿੱਚੋਂ ਕੁਝ ਨਾ ਕੁਝ, ਥੋੜੇ ਤੋਂ ਥੋੜਾ ਹਿੱਸਾ ਗੁਰੂ ਅੱਗੇ ਭੇਟ ਕਰਦੇ ਹਾਂ ਵੀ ਇੱਥੇ ਜਿਹੜੇ ਬੈਠੇ ਨੇ ਗੁਰਸਿੱਖ, ਉਹ ਗੁਰੂ ਦੀ ਕਿਰਪਾ ਦੁਆਰਾ ਉਹਨਾਂ ਗਰੀਬਾਂ ਦੀ ਮਦਦ ਕਰਨਗੇ, ਜਿਹੜਾ ਭੁੱਖਾ ਉਹਨੂੰ ਲੰਗਰ ਪ੍ਰਸ਼ਾਦਾ ਮਿਲੇਗਾ, ਅਤੇ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਕਮਾਈ ਨੂੰ ਗੁਰੂ ਸਾਹਿਬ ਜੀ ਦੇ ਅੱਗੇ ਭੇਟ ਕਰਕੇ ਸਫਲ ਕਰ ਲਵਾਂਗੇ। ਇਸ ਕਰਕੇ ਅਸੀਂ ਗੁਰੂ ਸਾਹਿਬ ਜੀ ਨੂੰ ਭੇਟਾ ਕਰਦੇ ਹਾਂ। ਪਰ ਇਹ ਨਹੀਂ ਸਮਝ ਸਕਦੇ ਵੀ ਅਸੀਂ ਗੁਰੂ ਨੂੰ ਦਾਨ ਕਰ ਸਕਦੇ ਹਾਂ। ਦਾਨ ਨਹੀਂ, ਭੇਟਾ ਹੈ, ਕੁਝ ਥੋੜੀ ਤੋਂ ਥੋੜੀ ਸਾਡਾ ਦਸਵੰਧ ਹੈ, ਪਰ ਹੈ ਕਬੂਲ ਹੈ, ਜੋ ਵੀ ਸੱਚੀ ਕਿਰਤ ਕਰਕੇ ਗੁਰੂ ਅੱਗੇ ਆਉਂਦਾ ਹੈ। ਇਸ ਤਰੀਕੇ ਦੇ ਨਾਲ ਪ੍ਰਿਥੀ ਚੰਦ ਨੇ ਕੀ ਕਰਨਾ, ਸੰਗਤ ਦੀ ਜਿਹੜੀ ਕਾਰ ਭੇਟਾ ਆਉਣੀ ਉਹ ਆਪਦੇ ਕੋਲ ਰੱਖ ਲੈਣੀ, ਤੇ ਜਦੋਂ ਲੰਗਰ ਛਕਣ ਦੀ ਵਾਰੀ ਹੋਣੀ ਕਹਿ ਦੇਣਾ ਵੀ ਗੁਰੂ ਅਰਜਨ ਸਾਹਿਬ ਜੀ ਦੇ ਚਲੇ ਜਾਵੋ, ਲੰਗਰਾਂ ਚਲੇ ਜਾਵੋ। ਬੜਾ ਸਮਾਂ ਇਸ ਤਰ੍ਹਾਂ ਇਹ ਕਰਦਾ ਰਿਹਾ। ਭਾਈ ਗੁਰਦਾਸ ਅਤੇ ਬਾਬਾ ਬੁੱਢਾ ਸਾਹਿਬ ਜੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਚਾਰ ਕਰਦੇ ਨੇ, ਪਰ ਉਹਨਾਂ ਨੇ ਕਦੀ ਵੀ ਇਹ ਨਹੀਂ ਆਖਿਆ ਵੀ ਸਾਡੇ ਵੱਲ ਆਓ, ਕਿਉਂਕਿ ਗੁਰਬਾਣੀ ਨੇ ਇਹ ਸਪਸ਼ਟ ਕਹਿ ਦਿੱਤਾ ਹੈ, ਮਰਜ਼ੀ ਤੁਹਾਡੀ ਹੈ, ਮਰਜ਼ੀ ਤੇਰੀ ਹੈ। ਇੱਥੇ ਤਾਂ ਇੱਕ ਹੌਕਾ ਹੈ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕਿ ਜੇ ਮਰਜ਼ੀ ਭਾਈ ਤੇਰੀ ਹੈ। ਇਹ ਨਹੀਂ ਆਖ ਸਕਦੇ ਵੀ ਤੂੰ ਜ਼ਬਰਦਸਤੀ ਸਾਡੇ ਨਾਲ ਜੁੜ, ਮਰਜ਼ੀ ਤੇਰੀ ਹੈ, ਪਰ ਇਸ ਮਾਰਗ ਤੇ ਜੇ ਚੱਲੇਗਾ ਤੇ ਤੈਨੂੰ ਕਾਮ, ਕ੍ਰੋਧ, ਅਹੰਕਾਰ, ਲੋਭ, ਮੋਹ ਤਿਆਗਣਾ ਪੈਣਾ ਹੈ। ਔਰ ਸਭ ਤੋਂ ਔਖਾ ਕੰਮ ਹੈ, ਸਭ ਤੋਂ ਔਖਾ ਕਰਮ ਹੈ, ਇਹ ਛੱਡ ਦੇਗਾ, ਤੇਰੀ ਗੁਰੂ ਨਾਲ ਬਣ ਸਕਦੀ, ਗੁਰੂ ਘਰ ਦੇ ਵਿੱਚ ਤੇਰਾ ਜਿਹੜਾ ਮੇਲ ਆ ਗੁਰੂ ਨਾਲ ਹੋ ਸਕਦਾ ਹੈ। ਸੋ ਇਵੇਂ ਕਰਕੇ ਪ੍ਰਿਥੀ ਚੰਦ ਇੱਕ ਦਿਨ ਫਿਰ ਜਾ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਬੋਲਦਾ ਹੈ, ਕਹਿੰਦੇ ਵੀ ਕਿਉਂ ਕਰ ਹਮ ਕਰੇ ਗੁਜਰਾਨ, ਕਹਿੰਦੇ ਅਸੀਂ ਕਿਵੇਂ ਗੁਜ਼ਾਰਾ ਕਰੀਏ। ਸਾਰੀ ਜਿਹੜੀ ਸੰਗਤ ਹੈ, ਤੁਮਕੋ ਹੀ ਧਨ ਦੇਤ ਜਹਾਨ, ਜਿਹੜੇ ਸੰਸਾਰ ਦੇ ਜੀਵ ਤੁਹਾਡੇ ਕੋਲ ਆਉਂਦੇ ਨੇ, ਕਿਉਂਕਿ ਉਹਦਾ ਧਿਆਨ ਭਾਵਨਾ ਦੇ ਨਾਲ ਨਹੀਂ ਹੈ, ਸ਼ਰਧਾ ਦੇ ਨਾਲ ਨਹੀਂ ਹੈ, ਜਾਂ ਰੱਬ ਦੇ ਨਾਲ ਪ੍ਰੀਤ ਨਹੀਂ ਹੈ। ਉਹਦਾ ਕੰਮ ਉਹ ਆਂਦਾ ਵੀ ਜਿਹੜੀ ਗੋਲਕ ਹੈ ਉਹਦੇ ਵਿੱਚੋਂ ਮੈਨੂੰ ਹਿੱਸਾ ਦਿਓ।
इस तरीके दे नाल ओहदा ध्यान माया वाल है प्रिथी चंद दा। वो कहंदा है भी तुम हो कोई धन देत जहान, तुहानू ही धन जिहड़ा है जहान दिंदा है। इस करके हम भी पुत्र पिता को ऐ असीं भी तां गुरु रामदास जी दे पुत्र आ ना, इस करके सानू भी कुछ दिओ, सानू भी कुछ मिलना चाहिए है। पर गुरु अर्जन साहब सच्चे पातशाह जी किरपा दे खजाने जिहड़ियां दुकानां गुरु रामदास साहब सच्चे पातशाह जी दे समय तो गुरु अर्जन साहब जी ने नगर वसाउण वास्ते जदों अमृतसर साहब वसाया गया सी, कुछ क दुकानां जिहड़ियां ने वो उत्थे स्थापित कीतियां सन। सो उन्हां दे विचों जिहड़ा कुछ किराया जां कुछ कोई संगत दान दिंदी है जां उन्हां दा जिहड़ा कोई भी किराया है वो गुरु घर दे विच पहुंचदा सी। फिर कुछ क किराया जिहड़ा सी दुकानां दा जिहड़ा कुछ क दुकान जो किराया जो कारा जिहड़ा भारा सीगा वो अते होर अर्ज गात जो देवे बजारा अते होर जिहड़ा जगात जां कोई जिहड़ा संगत दिंदी सी वो कहंदे ने प्रिथी चंद नूं फिर देना कीता। से कहंदे सो सब पृथ्वी को तब दीन, वो सारा कुछ फिर प्रिथी चंद नूं गुरु अर्जन साहब सच्चे पातशाह जी ने दिता भी ले भाई जी तू कहना मेरे घर का गुजारा नहीं चलता, असीं तैनूं दिन्ने आ साध संग दुश्मन सब मीत। इवें दी विचार भी साध संगत दे विच बैठ के दुश्मन नूं किवें मित्र बनाउणा है। ते सतगुरु जी कहंदे ने साधु कै संग महापनीत, जिहड़ा साधुआं दा संगत कर लवे संग कर लवे वो महापवित्र हो जाता है, बहुत ज़्यादा पवित्र हो जाता है। साध संग किस स्यों नहीं बैर, ਉਹਦਾ ਕਿਸੇ ਦੇ ਨਾਲ ਵੈਰ नहीं रहिंदा, फिर ਉਹਦਾ ਕਿਸੇ ਦੇ ਨਾਲ भी कोई वैर नहीं रहिंदा। ਉਹ ਤਾਂ ਇਹੀ ਗੱਲ ਕਹਿੰਦਾ है कि हम नहीं चंगे बुरा नहीं कोई, इवें दी गल कोई कह सकता है? बहुत वड्डा विशाल हिरदा करना पैंदा है इन्नी गल कहण वास्ते। हम नहीं चंगे बुरा नहीं कोई, प्रणवत नानक तारे सोए। ये अकाल पुरख परमात्मा जी की शरण दे विच पै तेरा जीवन का पार उतारा हो जाएगा। साध संग किस स्यों नहीं बैर, उहदा किसे दे नाल कोई वैर नहीं है। जिहड़ा हुक्म दे विच चलदा है साध के संग ना बींगा पैर, बींगा तो भाव हुंदा है पुट्ठा, जिहड़ा संसार दे नाल नहीं चलदा। गुरु कोल आउणा, रब दे कोल आउणा। हुण जिहड़ा संसार दे विच चोरी करना ये विंगा पैर ही तां हैगा ना। सारा संसार मेहनत करन ते लगा होया, सच्ची किरत करन ते लगा होया, और एक वो है जिहड़ा चोरी करन दे विच लगा होया है, उहदे पैर चोरी करन वाल नूं भजदे ने, विंगा हो गया पैर उहदा। भाव के किरत करन वाल जाना सी, गुरु कोल आउणा सी, साधुआं दी संगत दे विच बहना सी, पर कहंदे ने वो पुट्ठा चलण लग पिया, वो उल्टा हो गया। इस करके जिहड़ा साध संगत दे विच बैठदा है वो रब दी किरपा दे नाल कदी बुरे कर्म नहीं करदा। बुरे पासे वाल उहदे पैर ही नहीं जांदे, बुरे कर्म उहदे पैर करदे नहीं हन। साध के संग नाही को मंदा, कहंदे जिहड़ा साध संगत दे विच आ गया कदी मंदा चित वदा ही नहीं है, किसे दा बुरा चित वदा ही नहीं है, किसे दा माड़ा करदा ही नहीं है। साध संग जाने परमानंदा, क्योंकि उन्होंने पता लग जाता है रब मेरे हमेशा नाल है, वाहिगुरु हमेशा मेरे नाल है। इस करके वो बुरा चितवदा ही नहीं है, बुरा करदा ही नहीं है। साध संगत दे विच बैठ के उन्होंने ये पता लग जाता है कि रब जी हमेशा हरेक बंदे दे नाल है, हरेक हिरदे दे विच बैठा होया है। साध के संग नाही हों ताप, जिहड़ा साध संगत दे विच आ गया उन्होंने हौमे दा ताप नहीं चढ़दा। फिर हौमे दा ताप किवें चढ़दा है? जदों बंदा दान करदा होवे, जदों बंदा पाठ करके हंकार करदा होवे, जदों बंदा कुछ क सेवा करके अपने आप दे विच समझ लैंदा है कि मैं बहुत वड्डी सेवा करदा है, मैं बहुत ज़्यादा सेवा करदा है। पर कहंदे जदों गुरु घर विच आउंदा ना, साध संगत दे विच आउंदा, वेखो साध संगत दे विच बड़ी महानता है। क्यों महानता है? क्योंकि जदों असीं साध संगत दे विच आउणे आ ना, इत्थे आण के पता लगदा है भी पता नहीं किन्ने क लोक इहो ਜਿਹੇ ने ਜਿਹੜੇ सेवा करदे होणगे, किन्ने अनेकां ही लोग ने ਜਿਹੜੇ इत्थे बैठ के पाठ करदे पए ने, किन्ने ही लोग ने ਜਿਹੜੇ इत्थे संगत दे विच बैठ के हमेशा ही वाहिगुरू दे नाल लिव जोड़ते हैं। किन्ने लोग ने जिहड़े इत्थे गरीबां वास्ते दान करते हैं। फिर पता लगता है महाराज मैं तो कुछ क दान करके ही अपने आप को इन्ना वड्डा हंकारी समझ लिया, इन्ना वड्डा मान करी बैठा है,
ਪਰ ਮੈਂ ਇੱਥੇ ਆਣ ਕੇ ਵੇਖਿਆ ਇੱਕ ਨੂੰ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜੀ। ਉਹ ਇੱਥੇ ਆਣ ਕੇ ਵੇਖਿਆ ਵੀ ਇੱਕ ਤੋਂ ਵੱਧ ਬੰਦੇ ਦਾਨ ਕਰਨ ਵਾਲੇ ਬੈਠੇ ਨੇ, ਇੱਕ ਤੋਂ ਵੱਧ ਬਾਣੀ ਪੜਨ ਵਾਲੇ ਬੈਠੇ ਨੇ, ਵੱਧ ਤੋਂ ਵੱਧ ਸੇਵਾ ਕਰਨ ਵਾਲੇ ਬੈਠੇ ਨੇ। ਫਿਰ ਪਤਾ ਲੱਗਾ ਕਿ ਮੈਂ ਕੁਝ ਕੁ ਰੁਪਈਏ ਦਾਨ ਕਰਕੇ ਮੈਂ ਹਉਮੈ ਕਰਦਾ ਏ, ਅਹੰਕਾਰ ਕਰਦਾ ਏ। ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਵਾਹਿਗੁਰੂ ਦਾ ਨਾਮ ਜਪਿਆ, ਉੱਥੇ ਤੇ ਪਾਵੀ ਕਹਿ ਦਿੰਦੇ ਨੇ ਮਹਾਰਾਜ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਤੇਰਾ ਹੀ ਦਿੱਤਾ ਹੋਇਆ ਤੇਰੇ ਜੀਵਾਂ ਨੂੰ ਦੇ ਦਿੱਤਾ, ਤੇਰੇ ਜੀਵਾਂ ਨੂੰ ਦੇ ਦਿੱਤਾ, ਤੇਰਾ ਤੁਝ ਕੋ ਸੌਂਪ ਤੇ ਕਹਿਣ ਲੱਗੇ ਇਹਦੇ ਵਿੱਚ ਮੇਰ ਤੇਰੇ ਵਾਲੀ ਕਿਹੜੀ ਗੱਲ ਹੈ। ਕੋਈ ਕਹਿ ਸਕਦਾ ਵੀ ਮੇਰਾ ਹੈ, ਕਿਉਂਕਿ ਰੱਬ ਨੇ ਸਾਨੂੰ ਦਾਤਾਂ ਦਿੱਤੀਆਂ ਹਨ, ਔਰ ਰੱਬ ਦੀਆਂ ਦਿੱਤੀਆਂ ਦਾਤਾਂ ਅਸੀਂ ਸੰਸਾਰ ਦੇ ਜੀਵਾਂ ਨੂੰ ਦੇਖ ਕੇ ਕਹਿ ਦਿੰਦੇ ਹਾਂ ਵੀ ਮੈਂ ਬਹੁਤ ਵੱਡਾ ਦਾਨੀ ਬਣ ਗਿਆ। ਮਹਾਰਾਜ ਕਹਿੰਦੇ ਰੱਬ ਦੀਆਂ ਦਿੱਤੀਆਂ ਦਾਤਾਂ ਸੰਸਾਰ ਦੇ ਨਾਲ ਤੂੰ ਵੰਡ ਲਈਆਂ, ਹਉਮੈ ਨਾ ਕਰ, ਮਾਨ ਨਾ ਕਰ, ਤੇਰਾ ਤੁਝ ਕੋ ਸੌਂਪ ਤੇ। ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜੋ ਕੁਝ ਵੀ ਹੈ ਉਹ ਤੇਰਾ ਹੈ। ਇਹ ਕਹਿਣਾ ਬੜਾ ਸੌਖਾ ਹੈ ਪਰ ਕਰਨਾ ਬਹੁਤ ਔਖਾ ਹੁੰਦਾ ਹੈ। ਕਹਿਣਾ ਤੇ ਕਰਨ ਦੇ ਵਿੱਚ ਬੜਾ ਫਰਕ ਪੈਂਦਾ ਹੈ, ਕਿਉਂਕਿ ਕਹਿਣ ਲੱਗਿਆ ਸਾਡੀ ਸ਼ੋਭਾ ਵੱਧਦੀ ਹੈ ਵੀ ਮਹਾਰਾਜ ਦਾ ਦਿੱਤਾ ਸੀ, ਰੱਬ ਨੇ ਦਿੱਤਾ ਸੀ, ਦੇ ਦਿੱਤਾ। ਪਰ ਜੇ ਅਸੀਂ ਇਸ ਨੂੰ ਅਮਲੀ ਜੀਵਨ ਦੇ ਵਿੱਚ ਲੈ ਕੇ ਆਉਣਾ ਹੋਵੇ, ਅਸਲੀ ਜੀਵਨ ਦੇ ਵਿੱਚ ਲੈ ਕੇ ਆਉਣਾ ਹੋਵੇ, ਫਿਰ ਕਰਨਾ ਬਹੁਤ ਔਖਾ ਹੈ। ਪਰ ਮਹਾਰਾਜ ਕਹਿੰਦੇ ਨੇ ਉਹ ਕਰਨਾ ਹੀ ਤੇ ਪੈਣਾ ਹੈ। ਜਿਹੜਾ ਬੰਦਾ ਕਰ ਲੈਂਦਾ ਹੈ, ਇਸ ਚੀਜ਼ ਨੂੰ ਹੰਢਾ ਲੈਂਦਾ ਹੈ ਵੀ ਰੱਬ ਜੀ ਤੇਰੀਆਂ ਦਾਤਾਂ ਦੇ ਵਿੱਚੋਂ ਕੁਝ ਦਾਤਾਂ ਮੈਂ ਇਹਨੂੰ ਦੇ ਦਿੱਤੀਆਂ ਨੇ, ਫਿਰ ਕਹਿੰਦੇ ਉਸ ਬੰਦੇ ਨੂੰ ਹਉਮੈ ਦਾ, ਅਹੰਕਾਰ ਦਾ ਤਾਪ ਨਹੀਂ ਚੜ੍ਹਦਾ, ਬੁਖਾਰ ਨਹੀਂ ਚੜ੍ਹਦਾ। ਤਾਪ ਹਉਮੈ ਦੇ ਨਾਲ ਉਹ ਤਪਦਾ ਨਹੀਂ ਹੈ। ਸਾਧ ਕੇ ਸੰਗ ਤਜੇ ਸਭ ਆਪ, ਕਹਿੰਦੇ ਜਿਹੜਾ ਸਾਧ ਸੰਗਤ ਦੇ ਵਿੱਚ ਆ ਗਿਆ, ਗੁਰੂ ਦੀ ਸੰਗਤ ਦੇ ਵਿੱਚ ਆ ਗਿਆ, ਉਹਨੇ ਆਪਣਾ ਆਪ ਵਿਖਾਉਣਾ ਛੱਡ ਦਿੱਤਾ, ਆਪਣਾ ਆਪ ਸੰਸਾਰ ਦੇ ਵਿੱਚ ਪ੍ਰਗਟ ਕਰਾਉਣਾ ਛੱਡ ਦਿੱਤਾ। ਵੀ ਜਿਹੜੀ ਮੈਂ ਕਰਦਾ ਸੀ ਨਾ, ਮੈਂ ਇਹ ਕੀਤਾ, ਮੈਂ ਇੰਨੀ ਸੇਵਾ ਕੀਤੀ, ਮੈਂ ਇੰਨਾ ਦਾਨ ਕੀਤਾ, ਹੁਣ ਉਹਦੇ ਅੰਦਰ ਦੀ ਮੈਂ ਜਿਹੜੀ ਉਹ ਖਤਮ ਹੋ ਗਈ। ਸੋ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣੇ ਆਈ। ਆਪ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਆਪ ਸਾਧੂਆਂ ਦੀ ਵਡਿਆਈ ਜਿਹੜੀ ਹੈ ਉਹ ਪ੍ਰਮਾਤਮਾ ਨੇ ਵਧਾਈ ਹੈ। ਇਹ ਵਾਹਿਗੁਰੂ ਨੇ ਆਪ ਇਹਨਾਂ ਸੰਗਤ ਦੇ ਵਿੱਚ ਬੈਠ ਕੇ ਸਾਨੂੰ ਗੁਣ ਦਿੱਤੇ ਨੇ। ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣੇ ਆਈ। ਕਿਉਂਕਿ ਉਸ ਸਾਧੂ ਦੀ, ਉਸ ਗੁਰਮੁਖਾਂ ਦੀ ਪ੍ਰਮਾਤਮਾ ਦੇ ਨਾਲ ਬਣੀ ਹੋਈ ਹੈ। ਜਿਵੇਂ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਕਹਿੰਦੇ ਨੇ ਕੇਸੋ ਕੇਸੋ ਕੂਕੀਏ ਨਾ ਸੋਈਏ ਅਸਾਰ। ਰੱਬ ਜੀ ਨੂੰ ਦਿਨ ਰਾਤ ਆਵਾਜ਼ਾਂ ਮਾਰਨ ਦੇ ਨਾਲ, ਦਿਨ ਰਾਤ ਜਪਣ ਦੇ ਨਾਲ ਅਵੇਸਲੇ ਹੋ ਕੇ ਨਾ ਸੋਈਏ, ਦਿਨ ਰਾਤ ਉਹਨੂੰ ਆਵਾਜ਼ਾਂ ਮਾਰੀਏ। ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਭੋਂ ਕੇ ਸੁਣੇ ਪੁਕਾਰ। ਕਦੀ ਤਾਂ ਸਾਡੀ ਪੁਕਾਰ ਸੁਣੇਗਾ ਨਾ, ਕਦੇ ਤਾਂ ਉਹ ਸਾਡੀ ਆਵਾਜ਼ ਨੂੰ ਸੁਣੇਗਾ ਨਾ, ਕਦੇ ਤੋਂ ਸਾਡੇ ਵੱਲ ਧਿਆਨ ਕਰੇਗਾ ਨਾ। ਇਸ ਕਰਕੇ ਅਵੇਸਲੇ ਹੋ ਕੇ ਨਾ ਸੋਈਏ, ਉਹਨੂੰ ਵਾਹਿਗੁਰੂ ਜੀ ਨੂੰ ਹਮੇਸ਼ਾ ਚੇਤੇ ਦੇ ਵਿੱਚ ਰੱਖੀਏ, ਹਰ ਵਕਤ ਉਹਨੂੰ ਧਿਆਨ ਦੇ ਵਿੱਚ ਰੱਖੀਏ। ਸੋ ਜਿਹੜਾ ਗੁਰੂ ਹੈ, ਗੁਰੂ ਹਰ ਵਕਤ ਪਰਮਾਤਮਾ ਨੂੰ ਚੇਤੇ ਦੇ ਵਿੱਚ ਰੱਖਦਾ ਹੈ, ਹਰ ਵੇਲੇ ਚੇਤੇ ਦੇ ਵਿੱਚ ਰੱਖਦਾ। ਇਸ ਕਰਕੇ ਗੁਰੂ ਦੀ ਤੇ ਪਰਮੇਸ਼ਰ ਦੀ ਹੁਣ ਬਣ ਗਈ ਹੈ। ਹੁਣ ਉਹਨਾਂ ਦਾ ਆਪਸ ਵਿੱਚ ਮਿਲਾਪ ਜਿਹੜਾ ਹੋ ਗਿਆ, ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਨੂੰ ਤੇ ਪਰਮੇਸ਼ਰ ਨੂੰ ਇੱਕ ਜਾਣ। ਸੋ ਇਸੇ ਕਰਕੇ ਆਪਾਂ ਗੁਰੂ ਅੱਗੇ ਸੀਸ ਝੁਕਾਉਣੇ ਆ। ਮਹਾਰਾਜ ਤੁਹਾਡੀ ਪ੍ਰਮਾਤਮਾ ਨਾਲ ਗੱਲਬਾਤ ਹੈ, ਤੁਹਾਡੀ ਪ੍ਰਮਾਤਮਾ ਸਿੱਧੀ ਸੁਣਦਾ ਹੈ। ਇਸ ਕਰਕੇ ਅਸੀਂ ਗੁਰੂ ਕੋਲ ਆਉਣੇ ਆ। ਮਹਾਰਾਜ ਸਾਡੇ ਉੱਪਰ ਕਿਰਪਾ ਕਰੋ ਕਿ ਵਾਹਿਗੁਰੂ ਸਾਡੇ ਅੰਦਰ ਗੁਣ ਆਉਣ। ਗੁਰਾ ਇੱਕ ਦੇਹ ਬੁਝਾਈ, ਬੁਝਾਈ ਤੋਂ ਅਰਥ ਹੁੰਦਾ ਹੈ ਸੋਝੀ। ਗੁਰਾ ਇੱਕ ਦੇਹ ਬੁਝਾਈ ਹੈ, ਗੁਰੂ ਸਾਹਿਬ ਸਾਨੂੰ ਇੱਕ ਸੋਝੀ ਬਖਸ਼ਿਸ਼ ਕਰ। ਕਿਹੜੀ ਸੋਝੀ? ਸਭਨਾ ਜੀਆਂ ਕਾ ਇੱਕ ਦਾਤਾ, ਜਿਹੜੇ ਸਾਰੇ ਸੰਸਾਰ ਦਾ ਇੱਕ ਦਾਤਾ ਵਾਹਿਗੁਰੂ, ਉਹ ਮੈਂ ਵਿਸਰ ਨਾ ਜਾਈ, ਉਹ ਸਾਨੂੰ ਵਿਸਰ ਨਾ ਜਾਵੇ, ਉਹ ਸਾਨੂੰ ਭੁੱਲ ਨਾ ਜਾਵੇ। ਸੋ ਅੱਜ ਦਾ ਜਿਹੜਾ ਸ਼ਬਦ ਸੀਗਾ 7ਵੀਂ ਅਸ਼ਟਪਦੀ ਦਾ 3 ਪਦਾ, ਇਹਦੀ ਆਪਾਂ ਅੱਜ ਵਿਚਾਰ ਕੀਤੀ ਹੈ। ਕੱਲ੍ਹ ਨੂੰ ਆਪਾਂ 4ਥੇ ਪਦੇ ਦੀ ਵਿਚਾਰ ਕਰਾਂਗੇ। ਗੁਰੂ ਮਹਾਰਾਜ ਸਭ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦੇਹ ਰੋਗਤਾ, ਸਾਰੇ ਸੰਸਾਰ ਦੇ ਜੀਵਾਂ ਨੂੰ ਦੇਹ ਰੋਗਤਾ, ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਮਾਫ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ।
ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ